ਵਾਹਿਗੁਰੂ ਸਾਹਿਬ ਜੀ ਦੋਹਰਾ। ਸ੍ਰੀ ਕਲਗੀਧਰ ਦਈ ਕੋ। ਮਹਾਰਾਜ ਕਲਗੀਧਰ ਪਾਤਸ਼ਾਹ ਜੀ ਬੇੜੀ ਦੇ ਵਿੱਚ ਬੈਠੇ ਹਨ ਪ੍ਰੇਰਨ ਕਰ ਜਨ ਮਾਹੀ। ਔਰ ਬੇੜੀ ਨੂੰ ਮਲਾਹ ਚੱਪੂ ਲਾਂਦਾ ਹੈ ਤੇ ਮਹਾਰਾਜ ਜਲ ਦੀ ਸੈਲ ਕਰਦੇ ਹਨ। ਰਾਵਤ ਨੂੰ ਜਾ ਕੇ ਬੀਜੜੀ। ਮਹਾਰਾਜ ਜਮਨਾ ਦੇ ਵਿਚਕਾਰ ਹੀ ਕਹਿੰਦੇ ਅੱਜ ਸੈਲ ਕਰਾਂਗੇ, ਬੇੜੀ ਤੇ ਹੀ ਜਾਵਾਂਗੇ। ਚਲੇ ਆਏ ਹੋਏ ਥਾਹੀ। ਬੜੀ ਖੁਸ਼ੀ ਦੇ ਨਾਲ ਬੇੜੀ ਦੇ ਵਿੱਚ ਹੀ ਮਹਾਰਾਜ ਜਮਨਾ ਦੇ ਵਿੱਚ ਹੀ ਤੁਰੇ ਆਉਂਦੇ ਹਨ। ਚੌਕਰੀ ਚਲੇ ਨਉ ਜਲ ਕੇ ਅਨਕੂਲੰ। ਜਲ ਦੇ ਵਿੱਚ ਜਿਹੜੇ ਪਾਸੇ ਜਾ ਰਿਹਾ ਹੈ, ਮਹਾਰਾਜ ਦੀ ਕਿਸ਼ਤੀ ਵੀ ਉਸ ਪਾਸੇ ਜਾ ਰਹੀ ਹੈ। ਅਵਲੋਕਾ ਸੁੰਦਰ ਦਵੈ ਕੂਲੰ। ਦੋਵੇਂ ਕਿਨਾਰੇ ਬੜੇ ਹੀ ਸੋਹਣੇ ਹਨ। ਕਿਤੇ ਉੱਚੀਆਂ ਉੱਚੀਆਂ ਪਹਾੜੀਆਂ ਆ ਜਾਂਦੀਆਂ ਹਨ, ਕਿਤੇ ਸਾਧ ਸੰਗਤ ਜੀ ਟਿੱਬੇ ਆ ਜਾਂਦੇ ਹਨ, ਕਿਤੇ ਹਰੇ ਹਰੇ ਦਰਖਤ ਖੜੇ ਹਨ, ਕਿਤੇ ਬਹੁਤ ਸੋਹਣੀ ਸੁੰਦਰ ਹਰਿਆਲੀ ਹੈ। ਗੁਰੂ ਸਾਹਿਬ ਜੀ ਦਰਿਆ ਜਮਨਾ ਦਾ ਕਿਨਾਰਾ ਦੋਵੇਂ ਕਿਨਾਰੇ ਵੇਖਦੇ ਹੋਏ ਆ ਰਹੇ ਹਨ। ਗਨ ਪੰਕਜ ਤਰਵਰ ਕੀ ਖੜੀ। ਬਹੁਤ ਸੋਹਣੇ ਸੋਹਣੇ ਦਰਖਤਾਂ ਦੀਆਂ ਲੈਣਾਂ ਲੱਗੀਆਂ ਹੋਈਆਂ ਹਨ। ਤੇਰ ਹੈ ਹਰੀ ਹਰੀ ਜਬ ਖਰੀ। ਹਰੀ ਹਰੀ ਧੂਪ ਖੜੀ ਹੈ, ਹਰੇ ਹਰੇ ਬੂਟੇ ਲੱਗੇ ਹਨ, ਹਰੀਆਂ ਹਰੀਆਂ ਝਾੜੀਆਂ ਹਨ, ਫਲਦਾਰ ਬੂਟੇ ਵੀ ਹਨ ਤੇ ਬੜੇ ਸੋਹਣੇ ਦਰਖਤ ਹਨ। ਸਨੇ ਸਨੇ ਕਮਨਾ ਜਲ ਤਰਨੀ। ਗੁਰੂ ਮਹਾਰਾਜ ਦੀ ਕਿਸ਼ਤੀ, ਮਹਾਰਾਜ ਦਸਵੇਂ ਪਾਤਸ਼ਾਹ ਦੀ ਬੇੜੀ ਜਲ ਦੇ ਵਿੱਚ ਤਰਦੀ ਹੌਲੇ ਹੌਲੇ ਆ ਰਹੀ ਹੈ। ਸ੍ਰੀ ਮੁਖ ਤੇ ਸ਼ੋਭਾ ਬਹੁ ਬਰਣੀ। ਮਹਾਰਾਜ ਆਪਣੇ ਮੁਖ ਤੋਂ, ਸੋਹਣੇ ਸੁੰਦਰ ਸੁਭਾਏਮਾਨ ਮੁਖ ਤੋਂ ਜਮਨਾ ਦੇ ਕਿਨਾਰੇ ਦੀ ਸ਼ੋਭਾ ਵਰਣਨ ਕਰਦੇ ਹਨ। ਪੁਸ਼ਪਤ ਬਨ ਕੋ ਕਰਹਿ ਦਿਖਾਵਨ। ਬੜੇ ਸੋਹਣੇ ਫੁੱਲਾਂ ਵਾਲੇ ਬਨ ਹਨ, ਬਗੀਚੇ ਹਨ, ਉਹਨਾਂ ਨੂੰ ਮਹਾਰਾਜ ਦੇਖਦੇ ਹਨ ਤੇ ਆਪਣੇ ਸਾਥੀਆਂ ਨੂੰ ਵਿਖਾਉਂਦੇ ਹਨ। ਤਰਵਰ ਕੀ ਬਹੁ ਜਾਤ ਬਤਾਵਨ। ਔਰ ਦਰਖਤਾਂ ਦੀਆਂ ਜਾਤਾਂ ਬੜੀਆਂ ਸੋਹਣੀਆਂ, ਵੱਖਰੀ ਵੱਖਰੀ ਕਿਸਮ ਦੇ ਬੂਟੇ ਹਨ। ਮਹਾਰਾਜ ਉਹਨਾਂ ਬੂਟਿਆਂ ਬਾਰੇ ਵੀ ਜਾਣਕਾਰੀ ਨਾਲ ਦੇ ਸਿੱਖਾਂ ਨੂੰ ਦਿੰਦੇ ਹਨ। ਬਿਨਾ ਪੰਕ ਤੇ ਚਾਰ ਪ੍ਰਭਾਵ। ਸਾਧ ਸੰਗਤ ਜੀ ਚਿੱਕੜ ਤੋਂ ਬਿਨਾ ਸਾਫ ਸੁਥਰਾ ਨਿਰਮਲ ਜਮਨਾ ਦਾ ਪਾਣੀ ਹੈ, ਨੀਲਾ ਨੀਲਾ। ਜਦੋਂ ਬਰਸਾਤ ਹੋਵੇ ਉਦੋਂ ਤਾਂ ਥੋੜਾ ਜਿਹਾ ਪਾਣੀ ਗੰਧਲਾ ਆਉਂਦਾ ਪਹਾੜਾਂ ਵਿੱਚੋਂ। ਬਾਕੀ ਜਿਹੜਾ ਟਾਈਮ ਹੈ ਸਾਧ ਸੰਗਤ ਜੀ ਕੱਤਕ ਦੇ ਮਹੀਨੇ ਤੋਂ ਲੈ ਕੇ ਜਿੰਨਾ ਚਿਰ ਬਰਸਾਤਾਂ ਨਹੀਂ ਹੁੰਦੀਆਂ ਪਹਾੜਾਂ ਵਿੱਚ, ਜਮਨਾ ਦਾ ਪਾਣੀ ਬਹੁਤ ਹੀ ਸਾਫ ਸੁਥਰਾ ਹੁਣ ਵੀ ਨੀਲਾ ਨੀਲਾ ਚੱਲਦਾ ਹੈ। ਕਿਉਂਕਿ ਪੌਂਟਾ ਸਾਹਿਬ ਹੈ ਐਸੀ ਜਗ੍ਹਾ ਉੱਤੇ ਜਿੱਥੇ ਪਿਛਲੇ ਪਾਸੇ ਦਰੇ ਪਹਾੜੀ ਹਨ ਤੇ ਪਾਣੀ ਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ। ਅੱਗੇ ਦਿੱਲੀ ਦੇ ਕੋਲ ਜਾ ਕੇ ਜਮਨਾ ਦੇ ਵਿੱਚ ਨਾਲਿਆਂ ਦਾ ਤੇ ਹੋਰ ਫੈਕਟਰੀਆਂ ਦਾ ਪਾਣੀ ਪਾ ਕੇ ਲੋਕਾਂ ਨੇ ਹਾਲ ਮਾੜਾ ਕਰ ਦਿੱਤਾ ਹੈ। ਪਰ ਪੌਂਟਾ ਸਾਹਿਬ ਦੇ ਕੋਲ ਜਿਹੜਾ ਹੈ ਉਹ ਜਮਨਾ ਬੜੀ ਸਾਫ ਸੁਥਰੀ ਵਗਦੀ ਹੈ। ਸ਼ਾਮਲ ਵਰਨ ਬਿਲੋਕਾ ਤਾਹੂ। ਨੀਲਾ ਨੀਲਾ ਸਾਫ ਸੁਥਰਾ ਜਲ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਵੇਖਦੇ ਆ ਰਹੇ ਨੇ। ਨਗਰ ਪਾਵਟਾ ਤਟ ਪਰ ਜਾ ਕੇ। ਜਿਹਦੇ ਕਿਨਾਰੇ ਤੇ ਪੌਂਟਾ ਸ਼ਹਿਰ ਵਸਿਆ ਹੋਇਆ ਹੈ ਜਮਨਾ ਦੇ ਕੰਢੇ ਤੇ। ਸਾਹਿਬ ਜੀ ਲਿਖਦੇ ਨੇ 17 ਸਹਿ 45 ਮੈਂ ਸਾਵਣ ਸੁਧ ਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ। ਉਹ ਜਿਹੜੀ ਜਮਨਾ ਦੀ ਸੁੰਦਰ ਵਾਦੀ ਹੈ, ਪੌਂਟੇ ਦੀ ਧਰਤੀ ਹੈ। ਗੁਰੂ ਸਾਹਿਬ ਜਮਨਾ ਦੇ ਵਿੱਚ ਬੇੜੀ ਤੇ ਬੈਠੇ ਆ ਰਹੇ ਨੇ। ਆਵਤ ਚਲੇ ਨੇ ਪਰ ਤਾਂ ਕੇ। ਜਮਨਾ ਦੇ ਜਲ ਦੇ ਉੱਤੇ ਉੱਤੇ ਮਹਾਰਾਜ ਦੀ ਕਿਸ਼ਤੀ ਤਰਦੀ ਆ ਰਹੀ ਹੈ। ਤੀਰ ਤੀਰ ਪਰ ਹੈ ਦੁਰਿਆਏ। ਔਰ ਜਿਹੜੇ ਮਹਾਰਾਜ ਦੇ ਘੋੜੇ ਹਨ ਉਹ ਸੇਵਾਦਾਰਾਂ ਨੇ ਕਿਨਾਰੇ ਕਿਨਾਰੇ ਨਾਲ ਤੋਰੇ ਹੋਏ ਹਨ। ਮਹਾਰਾਜ ਦੇ ਘੋੜਾ ਵੀ ਨਾਲ ਸੀ ਜਿੱਥੇ ਗਏ ਸਨ। ਆਉਂਦਿਆਂ ਘੋੜੇ ਤੇ ਨਹੀਂ ਬੈਠੇ, ਕਹਿੰਦੇ ਕਿਸ਼ਤੀ ਵਿੱਚ ਹੀ ਪੌਂਟੇ ਸਾਹਿਬ ਚੱਲਾਂਗੇ। ਇਸ ਤਰ੍ਹਾਂ ਮੌਜ ਦੇ ਵਿੱਚ ਸਤਿਗੁਰੂ ਜੀ ਆਪ ਕਿਸ਼ਤੀ 'ਚ ਰਹਿ ਗਏ ਤੇ ਜਿਹੜੇ ਘੋੜੇ ਹਨ ਉਹ ਕਿਨਾਰੇ ਕਿਨਾਰੇ ਤੋਰ ਕੇ ਲਿਆਂਦੇ ਹਨ। ਘੋੜਿਆਂ ਦੇ ਸੇਵਾਦਾਰ ਨਾਲ ਸਨ। ਉਹ ਸਾਰਿਆਂ ਦੇ ਸੇਵਾਦਾਰ ਜਿਹੜੇ ਸਨ ਉਹ ਆਪੋ ਆਪਣੇ ਘੋੜੇ ਲੈ ਕੇ ਆਏ ਹਨ। ਜਿੱਥੇ ਬੜੀ ਸਾਫ ਸੁਥਰੀ ਬਹਿਣ ਦੀ ਜਗ੍ਹਾ ਬਣੀ ਹੋਈ ਹੈ ਸਾਧ ਸੰਗਤ ਜੀ।
ਸਿਲਾ ਵਿਸਾਰ ਪਰੀ ਤਟ ਛਾਈ। ਜਮਨਾ ਦੇ ਕੰਢੇ ਤੇ ਉੱਚੀ ਸੋਹਣੀ ਸੁੰਦਰ ਸਿਲਾ ਹੈ। ਹੁਣ ਤਾਂ ਕੁਝ ਸਮੇਂ ਤੋਂ ਐਸੀ ਕਾਰ ਸੇਵਾ ਦੀ ਮਾਰ ਵੱਗੀ ਹੈ ਬਈ ਉਹ ਪਾਵਨ ਪਵਿੱਤਰ ਜਿਹੜਾ ਕਵੀ ਦਰਬਾਰ ਦਾ ਸਥਾਨ ਸੀ ਉਹਦਾ ਵੀ ਨਕਸ਼ਾ ਬਦਲ ਦਿੱਤਾ। ਬਹੁਤ ਕੁਝ ਇਤਿਹਾਸ ਦਾ ਸਾਡਾ ਖਤਮ ਹੋ ਗਿਆ, ਪਰ ਅਸੀਂ ਉਹ ਵੇਖਿਆ ਹੈ ਜਮਨਾ ਦੇ ਕਿਨਾਰੇ ਤੇ ਬੜਾ ਹੀ ਰਮਣੀਕ ਥਾਂ ਸੀ ਜਿੱਥੇ ਪਾਤਸ਼ਾਹ ਕਵੀ ਦਰਬਾਰ ਕਰਿਆ ਕਰਦੇ ਸਨ, ਸ੍ਰੀ ਪਾਉਂਟਾ ਸਾਹਿਬ ਵਿਖੇ। ਅਬ ਲੋ ਥਲ ਬਿਨ ਕਰਦਮ ਸੋ। ਉਸ ਥਾਂ ਬੜੀ ਸਾਫ ਸੁਥਰੀ ਹੈ, ਚਿੱਕੜ ਦੀ ਉੱਥੇ ਕੋਈ ਵੀ ਕਿਸੇ ਤਰ੍ਹਾਂ ਦਾ ਚਿੱਕੜ ਖੋਬਾ ਨਹੀਂ ਹੈ। ਦੇਖਿਤ ਹੈ ਸੁੰਦਰ ਤਟ ਦੋ। ਦੋਵੇਂ ਕਿਨਾਰੇ ਬੜੇ ਸੋਹਣੇ ਦਿਸਦੇ ਹਨ। ਪਰਲਾ ਪਾਸਾ ਵੀ ਬੜਾ ਮਨਮੋਹਣਾ ਹੈ ਤੇ ਉਰਲਾ ਪਾਸਾ ਵੀ ਬੜਾ ਸਾਫ ਸੁਥਰਾ ਹੈ। ਕਰੀ ਖਰੀ ਧਰਣੀ ਤਹਿ ਆਏ। ਉੱਥੇ ਆ ਕੇ ਸਤਿਗੁਰੂ ਜੀ ਨੇ ਆਪਣੀ ਬੇੜੀ ਰੁਕਵਾ ਲਈ ਹੈ। ਸ੍ਰੀ ਗੋਬਿੰਦ ਸਿੰਘ ਉਤਰੇ ਆਏ। श्री गुरु गोविंद सिंह साहब राजन के राजा, महाराजन के महाराजा, ऐसो नाथ छोड़ ऐसो राज छोड़ और दूजा कौन त्याई है। महाराज बेड़ी तो बाहर उतरे ਹਨ ਖਾਨ ਪਾਨ ਕਰ ਨਿਸਾ ਬਿਤਾਈ। और लंगर प्रसाद छक के रात गुजारी है। ਜਾਗੇ ਪ੍ਰਭ ਪ੍ਰਭਾਤ ਹੋਏ ਆਏ। ਅੰਮ੍ਰਿਤ ਵੇਲੇ ਸਵਾ ਪਹਿਰ ਰਾਤ ਰਹਿੰਦੀ ਉੱਠ ਪੈਂਦੇ ਸਨ। ਸਤਿਗੁਰੂ ਦਾ ਨੇਮ ਸੀਗਾ ਜਦੋਂ ਅੰਮ੍ਰਿਤ ਵੇਲਾ ਹੋਇਆ ਤੇ ਗੁਰੂ ਸਾਹਿਬ ਜਾਗੇ ਹਨ। ਸੌਚ ਸਨਾਨ ਠਾਨ ਗੁਰ ਪੂਰੇ। ਆਪਣੀ ਨਿਤ ਕਿਰਿਆ ਕੀਤੀ ਹੈ, ਸੌਚ ਇਸ਼ਨਾਨ ਕੀਤਾ ਹੈ। ਕਵਿਤਾ ਕਰਨ ਲੱਗੇ ਤਬ ਰੋੜੇ। ਤੇ ਮਹਾਰਾਜ ਕਵੀ ਦਰਬਾਰ ਵਾਲੀ ਥਾਂ ਤੇ ਬਹਿ ਕੇ ਬਾਣੀ ਰਚਣ ਲੱਗੇ ਹਨ। ਬੜੀ ਸੁੰਦਰ ਕਵਿਤਾ ਸਤਿਗੁਰੂ ਜੀ ਰਚਦੇ ਹਨ, ਜਿਹਦੇ ਵਿੱਚੋਂ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਮਹਾਰਾਜ ਨੇ ਕ੍ਰਿਸ਼ਨ ਅਵਤਾਰ ਦੀ ਰਚਨਾ ਕੀਤੀ ਹੈ। ਪ੍ਰਥਮੇ ਸ੍ਰੀ ਕ੍ਰਿਸ਼ਨ ਅਵਤਾਰੂ। ਸਭ ਤੋਂ ਪਹਿਲਾਂ ਕ੍ਰਿਸ਼ਨ ਅਵਤਾਰ ਦੀ ਰਚਨਾ ਕੀਤੀ ਹੈ। 17 ਸਹਿਬ ਚਵਤਾਲ ਮੈਂ ਪੋਥੀ ਰਚੀ ਸੁਧਾਰ। ਪਹਿਲਾ ਜਿਹੜਾ ਮਹਾਰਾਜ ਨੇ ਰਾਧਾ ਤੇ ਕ੍ਰਿਸ਼ਨ ਦੇ ਪ੍ਰੇਮ ਦਾ ਵਰਣਨ ਹੈ ਨਾ, ਸਭ ਤੋਂ ਪਹਿਲਾਂ ਇਹਦੇ ਉੱਤੇ ਕਲਮ ਚਲਾਈ ਹੈ। ਬਹੁਤ ਸੁੰਦਰ ਮਹਾਰਾਜ ਲਿਖਦੇ ਨੇ, ਚਾਂਦਨੀ ਮੈਂ ਰਾਧਾ ਮਾਨੋ ਚਾਂਦਨੀ ਸੀ ਹੋਇਆ ਗਈ। ਕਹਿੰਦੇ ਪੂਰਨਮਾਸ਼ੀ ਦੀ ਰਾਤ ਹੈ ਤੇ ਉਹਦੀ ਚਾਂਦਨੀ ਵਿੱਚ ਰਾਧਾ ਵੀ ਚਾਂਦਨੀ ਵਰਗੀ ਸੁੰਦਰ। ਚਾਂਦਨੀ ਮੈਂ ਰਾਧਾ ਮਾਨੋ ਚਾਂਦਨੀ ਸੀ ਹੋਇਆ ਗਈ। ਇਹੋ ਜਿਹੇ ਸੋਹਣੇ ਸੋਹਣੇ ਛੰਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਲਿਖਦੇ ਹਨ। ਤੇ ਕ੍ਰਿਸ਼ਨ ਅਵਤਾਰ ਦੀ ਭਗਵਾਨ ਸ੍ਰੀ ਕ੍ਰਿਸ਼ਨ ਜੀ ਮਹਾਰਾਜ ਦੀ ਕਥਾ, ਦਸਮ ਕਥਾ ਭਗਵਤ ਕੀ। ਇਹ ਭਾਗਵਤ ਪੁਰਾਣ ਜੋ ਹੈ ਇਹਦੇ 12 ਸਕੰਦ ਹਨ ਤੇ ਇਹਦਾ ਜਿਹੜਾ 10ਵਾਂ ਸਕੰਦ ਹੈ ਉਹਦੀ ਗੁਰੂ ਸਾਹਿਬ ਟ੍ਰਾਂਸਲੇਸ਼ਨ ਕਰ ਰਹੇ ਨੇ, ਉਹਦਾ ਅਨੁਵਾਦ ਕਰ ਰਹੇ ਨੇ। ਉਹਦੇ 90 ਅਧਿਆਏ ਹਨ ਜਿਹੜਾ ਗੁਰੂ ਸਾਹਿਬ ਜੀ ਨੇ ਕ੍ਰਿਸ਼ਨ ਅਵਤਾਰ ਨਾਮ ਹੇਠ ਅਨੁਵਾਦ ਕੀਤਾ ਹੈ। ਇਹ ਸਾਧ ਸੰਗਤ ਜੀ ਜਿਹੜਾ ਭਾਗਵਤ ਪੁਰਾਣ ਹੈ ਇਹ ਵੇਦ ਵਿਆਸ ਜੀ ਨੇ 18 ਪੁਰਾਣਾਂ ਦੀ ਰਚਨਾ ਕੀਤੀ ਹੈ। 18 ਪੁਰਾਣ ਬਹੁਤ ਵੱਡੇ ਵੱਡੇ ਗ੍ਰੰਥ ਹਨ। ਕਹਿੰਦੇ ਜਦੋਂ 17 ਦੀ ਰਚਨਾ ਵੇਦ ਵਿਆਸ ਜੀ ਕਰ ਚੁੱਕੇ ਸਨ ਤਾਂ ਉਹਨਾਂ ਨੇ ਹਿੰਦੁਸਤਾਨ ਦੇ ਰਾਜਿਆਂ ਦਾ, ਰਿਸ਼ੀਆਂ ਦਾ, ਅਵਤਾਰਾਂ ਦਾ, ਗੁਰੂਆਂ ਦਾ, ਵਿਦਵਾਨਾਂ ਦਾ, ਦੇਵਤਿਆਂ ਦਾ, ਦੈਂਤਾਂ ਦਾ ਸਾਰਾ ਇਤਿਹਾਸ ਪੁਰਾਣੇ ਤੋਂ ਪੁਰਾਣਾ ਲਿਖ ਦਿੱਤਾ। ਜਦੋਂ ਐਡੀ ਵੱਡੀ ਰਚਨਾ ਕਰ ਦਿੱਤੀ ਪਰ ਮਨ ਨੂੰ ਸ਼ਾਂਤੀ ਨਹੀਂ ਆਈ, ਮਨ ਸ਼ਾਂਤ ਨਹੀਂ ਹੋਇਆ, ਤਾਂ ਉਹਨਾਂ ਨੇ ਫਿਰ ਸੋਚਿਆ ਵੀ ਮੇਰਾ ਮਨ ਕਿਉਂ ਨਹੀਂ ਸ਼ਾਂਤ ਹੁੰਦਾ। ਉਹਨਾਂ ਨੇ ਨਾਰਦ ਮੁਨੀ ਜੀ ਨੂੰ ਯਾਦ ਕੀਤਾ। ਨਾਰਦ ਮੁਨੀ ਜੀ ਪ੍ਰਗਟ ਹੋ ਗਏ। ਨਾਰਦ ਮੁਨੀ ਜੀ ਕਹਿਣ ਲੱਗੇ, ਹਾਂ ਵੇਦ ਵਿਆਸ ਜੀ ਕੀ ਹੁਕਮ ਹੈ, ਮੈਨੂੰ ਕਿਵੇਂ ਬੁਲਾਇਆ? ਉਹ ਕਹਿਣ ਲੱਗੇ, ਮਹਾਰਾਜ ਤੁਸੀਂ ਭਗਤੀ ਦਾ ਅਵਤਾਰ ਹੋ, ਕਿਉਂਕਿ ਜਿਹੜੀ ਭਗਤੀ ਹੈ ਇਹ ਭਗਤੀ ਸੂਤਰ ਗ੍ਰੰਥ ਜਿਹੜਾ ਹੈ ਨਾਰਦ ਮੁਨੀ ਜੀ ਨੇ ਲਿਖਿਆ ਹੈ। ਜਿਹੜਾ ਭਗਤੀ ਦਾ ਸੋਮਾ ਚੱਲਿਆ ਉਹ ਨਾਰਦ ਮੁਨੀ ਤੋਂ ਚੱਲਿਆ ਹੈ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਪੰਕਤੀ ਆਉਂਦੀ, ਭਗਤ ਨਾਰਦੀ ਹਿਰਦੈ ਨ ਆਈ, ਕਾਸ਼ ਕੂਸ਼ ਤਨ ਦੀਨਾ, ਰਾਗ ਰਾਗਨੀ ਡਿੰਬ ਹੋਏ ਬੈਠਾ ਉਨ ਹਰ ਪੈ ਕਿਆ ਲੀਨਾ। ਕਿ ਨਾਰਦ ਮੁਨੀ ਵਾਲੀ ਭਗਤੀ ਦੀ ਤੈਨੂੰ ਸਮਝ ਨਹੀਂ ਆਈ, ਉਦਾਂ ਤੂੰ ਆਪਣੇ ਸਰੀਰ ਤੇ ਬੜੀਆਂ ਛਾਪਾਂ ਲਾਈ ਫਿਰਦਾ ਹੈ, ਪਰ ਜਿਹੜੀ ਗੱਲ ਨਾਰਦ ਮੁਨੀ ਜੀ ਨੇ ਸਮਝਾਈ ਉਹ ਤੇਰੀ ਸਮਝ ਨਹੀਂ ਆਈ। ਕਿਉਂਕਿ ਨਾਰਦ ਮੁਨੀ ਹਰ ਵੇਲੇ ਨਾਰਾਇਣ 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 ਕੀਰਤਨ ਕਰਦਾ, ਕੀਰਤਨ ਭਗਤੀ ਕਰਦਾ ਹੈ।
ਨਾਮ ਜਪਦਾ। ਸੋ ਨਾਰਦ ਮੁਨੀ ਜੀ ਆ ਕੇ ਕਹਿਣ ਲੱਗੇ ਵੀ ਦੱਸੋ ਵੇਦ ਵਿਆਸ ਜੀ ਸਾਨੂੰ ਕਿਵੇਂ ਬੁਲਾਇਆ। ਵੇਦ ਵਿਆਸ ਜੀ ਕਹਿੰਦੇ ਮਹਾਰਾਜ ਮੈਂ 17 ਪੁਰਾਣ ਲਿਖਤੇ, ਮਹਾਭਾਰਤ ਵਰਗਾ ਮਹਾਨ 1 ਲੱਖ ਸ਼ਲੋਕਾਂ ਵਾਲਾ ਗ੍ਰੰਥ ਲਿਖ ਦਿੱਤਾ, ਪਰ ਮੇਰਾ ਆਪਣਾ ਮਨ ਸ਼ਾਂਤ ਨਹੀਂ ਹੋਇਆ। ਐਡਾ ਵੱਡਾ ਇਤਿਹਾਸ ਲਿਖ ਕੇ ਜੇ ਮੇਰਾ ਮਨ ਸ਼ਾਂਤ ਨਹੀਂ ਹੋਇਆ ਮੈਨੂੰ ਕੀ ਫਾਇਦਾ। ਮੇਰੇ ਮਨ ਨੂੰ ਵੀ ਤੇ ਸ਼ਾਂਤੀ ਆਣੀ ਚਾਹੀਦੀ ਹੈ। ਤਾਂ ਨਾਰਦ ਮੁਨੀ ਜੀ ਕਹਿਣ ਲੱਗੇ ਵੇਦ ਵਿਆਸ ਜੀ ਸ਼ਾਂਤੀ ਭਗਤੀ ਤੋਂ ਬਿਨਾਂ ਨਹੀਂ ਆਉਂਦੀ। ਆਖੋ ਸਤਿਨਾਮ। ਬਿਨਾਂ ਭਗਤੀ ਦੇ ਕਿਸੇ ਦਾ ਮਨ ਠੰਡਾ ਨਹੀਂ ਹੋਇਆ। ਜਿੱਡਾ ਮਰਜੀ ਕੋਈ ਜੋਗੀ ਹੋਵੇ, ਜਿੱਡਾ ਮਰਜੀ ਕੋਈ ਗਿਆਨੀ ਹੋਵੇ, ਮਨ ਉਦੋਂ ਟਿਕੇਗਾ ਜਦੋਂ ਭਗਤੀ ਭਾਵ ਵਿੱਚ ਆਵੇਗਾ, ਪ੍ਰੇਮ ਵਿੱਚ ਆਵੇਗਾ। ਤੇ ਤੁਸੀਂ ਫਿਰ ਪ੍ਰੇਮ ਭਗਤੀ ਦਾ ਗ੍ਰੰਥ ਲਿਖੋ। ਉਹ ਕਹਿਣ ਲੱਗੇ ਮਹਾਰਾਜ ਕਿਵੇਂ ਲਿਖਾਂ, ਮੈਨੂੰ ਭਗਤੀ ਦਾ ਪਤਾ ਹੀ ਨਹੀਂ। ਉਹ ਕਹਿੰਦੇ ਅਸੀਂ ਤੈਨੂੰ ਭਗਤੀ ਦਾ ਮੰਤਰ ਦੇਣੇ ਆ। ਓਮ ਨਮੋ ਭਗਵਤੇ ਵਾਸੁਦੇਵਾਏ ਇਹ ਮੰਤਰ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਇਹ ਮੰਤਰ ਆਉਂਦਾ, ਓ ਨਮੋ ਭਗਵੰਤ ਗੁਸਾਈ ਖਾਲਕ ਰਵ ਰਿਹਾ ਸਭ ਥਾਈ। ਇਹ ਜਿਹੜਾ ਮੰਤਰ ਹੈ ਤੁਸੀਂ ਇਹਦਾ ਦਿਨ ਰਾਤ ਜਾਪ ਕਰੋ। ਓਮ ਨਮੋ ਭਗਵਤੇ ਵਾਸੁਦੇਵਾਏ ਉਹ ਪਰਮਾਤਮਾ ਨੂੰ ਨਮਸਕਾਰ ਹੈ ਜਿਹੜਾ ਸਾਰਿਆਂ ਦੇ ਅੰਦਰ ਵਸ ਰਿਹਾ ਹੈ। ਆਖੋ ਸਤਿਨਾਮ। ਘਟ ਘਟ ਮੈਂ ਹਰ ਜੀਵ ਵਸੈ ਸੰਤਨ ਕਹਿਓ ਪੁਕਾਰ। ਇਹਦਾ ਤੁਸੀਂ ਜਾਪ ਕਰੋ। ਜਦੋਂ ਜਾਪ ਸਿੱਧ ਹੋ ਜਾਏਗਾ ਉਦੋਂ ਤੁਹਾਡੇ ਅੰਦਰ ਭਗਤੀ ਦਾ ਸੋਮਾ ਫੁੱਟੇਗਾ। ਫਿਰ ਤੁਸੀਂ ਜੋ ਲਿਖੋਗੇ ਉਹ ਭਗਤੀ ਹੋਵੇਗੀ। ਤਾਂ ਵੇਦ ਵਿਆਸ ਜੀ ਮਹਾਰਾਜ ਨੇ ਓਮ ਨਮੋ ਭਗਵਤੇ ਵਾਸੁਦੇਵਾਏ ਦਾ ਬਹੁਤ ਜਾਪ ਕੀਤਾ ਤੇ ਅਖੰਡ ਭਜਨ ਕਰਨ ਕਰਕੇ ਬਿਰਤੀ ਭਗਤੀ 'ਚ ਲੀਨ ਹੋ ਗਈ, ਨਾਮ ਰਸ ਦੀ ਪ੍ਰਾਪਤੀ ਹੋ ਗਈ। ਉਹਨਾਂ ਨੇ ਫਿਰ ਇਹ ਕਥਾ ਲਿਖੀ ਜਿਸ ਨੂੰ ਭਾਗਵਤ ਪੁਰਾਣ ਕਹਿੰਦੇ ਹਨ। ਇਹ ਭਾਗਵਤ ਪੁਰਾਣ ਦੇ 12 ਸਕੰਦ ਹਨ। ਇਹਦੇ ਵਿੱਚੋਂ ਜਿਹੜਾ ਸਾਧ ਸੰਗਤ ਜੀ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਵਿੱਚ ਮਿਸਾਲਾਂ ਆਉਂਦੀਆਂ ਨੇ ਭਾਗਵਤ ਪੁਰਾਣ ਦੀਆਂ ਹੀ ਆਉਂਦੀਆਂ। ਜਿਵੇਂ ਧਰੂਪ ਪ੍ਰਹਲਾਦ ਦੀ ਆਉਂਦੀ ਹੈ, ਇਹ ਵੀ ਉਹਦੇ ਵਿੱਚੋਂ ਆਉਂਦੀ ਹੈ। ਜਿਹੜੀ ਸਾਧ ਸੰਗਤ ਜੀ ਗਜ ਗਜਿੰਦਰ ਦੀ ਆਉਂਦੀ ਹੈ, ਗਨਕਾ ਦੀ ਸਾਖੀ ਆਉਂਦੀ ਹੈ, ਇਹ ਸਾਰੀਆਂ ਸਾਖੀਆਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਭਾਗਵਤ ਪੁਰਾਣ ਦੀਆਂ ਆਉਂਦੀਆਂ ਹਨ। ਤੋ ਇਹ ਭਗਤੀ ਦਾ ਗ੍ਰੰਥ ਹੈ। ਹੁਣ ਇਹਦਾ 10ਵਾਂ ਸਕੰਦ ਜਿਹੜਾ ਨਾ ਉਹ ਸਭ ਤੋਂ ਵੱਡਾ ਚੈਪਟਰ ਹੈ। ਉਹ ਜਿਹੜਾ 10ਵਾਂ ਸਕੰਦ ਹੈ ਉਹ ਸ੍ਰੀ ਭਗਵਾਨ ਕ੍ਰਿਸ਼ਨ ਜੀ ਮਹਾਰਾਜ ਦੀ ਲੀਲਾ ਹੈ, ਭਗਤੀ ਰਸ ਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਉਹਦਾ ਅਨੁਵਾਦ ਸ਼ੁਰੂ ਕੀਤਾ ਹੈ। ਪਹਿਲਾਂ ਸਭ ਤੋਂ ਪ੍ਰਥਮ ਵਰਨਿਓ ਕ੍ਰਿਸ਼ਨਾ ਅਵਤਾਰੂ, ਕ੍ਰਿਸ਼ਨਾ ਅਵਤਾਰ ਦੀ ਕਥਾ ਲਿਖਣ ਲੱਗੇ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਛੰਦ ਸਵਈਆ ਕਰਤੇ ਉਚਾਰੂ, ਬੜੇ ਸੋਹਣੇ ਛੰਦਾਂ ਸਵਈਆਂ ਦੇ ਵਿੱਚ ਲਿਖਦੇ ਹਨ। ਬਾ ਕਮਾਲ ਸੋਹਣੇ ਸੋਹਣੇ ਛੰਦ ਹਨ। ਜਿਨ੍ਹਾਂ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਪਾਠ ਕੀਤਾ ਉਹਨਾਂ ਨੂੰ ਪਤਾ ਹੈ ਵੀ ਕ੍ਰਿਸ਼ਨਾ ਅਵਤਾਰ ਕਿੱਡੀ ਸ਼ਾਹਕਾਰ ਰਚਨਾ ਹੈ ਕਲਗੀਧਰ ਪਾਤਸ਼ਾਹ ਦੀ। ਇੱਕ ਇੱਕ ਸਵਈਆ, ਇੱਕ ਇੱਕ ਛੰਦ, ਇੱਕ ਇੱਕ ਕਵਿਤ ਕਮਾਲ ਦਾ ਹੈ। ਹਾਂਜੀ, ਰਾਸ ਮੰਡਲ ਬਹੁ ਵਰਨਿਓ, ਪਹਿਲਾਂ ਰਾਸ ਮੰਡਲ ਦਾ ਜ਼ਿਕਰ ਕੀਤਾ ਹੈ। ਜਦੋਂ ਮਹਾਰਾਜ ਕ੍ਰਿਸ਼ਨ ਜੀ ਬ੍ਰਿਜ ਭੂਮੀ ਦੇ ਵਿੱਚ ਗੋਪੀਆਂ ਦੇ ਨਾਲ ਰਾਸ ਲੀਲਾ ਕਰਿਆ ਕਰਦੇ ਸਨ। ਸਾਰੀ ਸਾਰੀ ਰਾਤ ਬੰਸਰੀ ਵੱਜਦੀ ਰਹਿੰਦੀ ਸੀ ਤੇ ਗੋਪੀਆਂ ਨਾਚ ਕਰਦੀਆਂ ਰਹਿੰਦੀਆਂ ਸਨ। ਇਹ ਆਮ ਲੋਕਾਂ ਦੀ ਸਮਝ ਆਉਣ ਵਾਲੀ ਗੱਲ ਨਹੀਂ, ਇਹ ਅੰਦਰ ਦੀ ਗੱਲ ਹੈ। ਗੋਪੀਆਂ ਜੀਵ ਆਤਮਾਵਾਂ ਹਨ ਤੇ ਕ੍ਰਿਸ਼ਨ ਪਰਮਾਤਮਾ ਹੈ। ਆਤਮਾ ਤੇ ਪਰਮਾਤਮਾ ਦਾ ਪ੍ਰੇਮ ਹੈ ਇਹਦੇ ਵਿੱਚ ਵਰਣਨ ਕੀਤਾ ਹੋਇਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਪੰਕਤੀ ਆਉਂਦੀ ਹੈ, ਧੰਨ ਧੰਨ ਓ ਰਾਮ ਬੇਨ ਬਾਜੈ, ਮਧੁਰ ਮਧੁਰ ਧੁਨ ਅਨਹਦ ਗਾਜੈ, ਧੰਨ ਧੰਨ ਮੇਘਾ ਰੋ ਮਾਵਲੀ, ਧੰਨ ਧੰਨ ਕ੍ਰਿਸ਼ਨ ਓਢੈ ਕਾਮਲੀ, ਧੰਨ ਧੰਨ ਤੂੰ ਮਾਤਾ ਦੇਵਕੀ, ਜੇ ਗ੍ਰਹਿ ਰਮਈਆ ਕਮਲਾਪਤੀ, ਧੰਨ ਧੰਨ ਬਨਖੰਡ ਬਿੰਦਰਾ ਬਨਾ, ਜੈ ਖੇਲੈ ਸ੍ਰੀ ਨਾਰਾਇਣਾ, ਬੇਨ ਬਜਾਵੈ ਗੋਦਨ ਚਰੈ, ਨਾਮੇ ਕਾ ਸੁਆਮੀ ਆਨੰਦ ਕਰੈ। ਉਹ ਜਿਹੜੀ ਰਾਸ ਲੀਲਾ ਹੈ ਪਹਿਲਾਂ ਸਤਿਗੁਰੂ ਜੀ ਵਰਣਨ ਕਰਦੇ ਬੜੇ ਸੁੰਦਰ ਸਵਈਆਂ ਦੇ ਵਿੱਚ। ਉਪਮਾਨ ਉਪਮੇਸ਼ੈ ਕਰਨਿਓ, ਉਪਮਾਨ ਤੇ ਉਪਮੇय ਕਰਕੇ ਮਹਾਰਾਜ ਸੱਚੇ ਪਾਤਸ਼ਾਹ ਵਰਣਨ ਕਰਦੇ। ਇੱਕ ਤੋਂ ਇੱਕ ਸੋਹਣਾ ਉਪਮਾਨ ਦਿੰਦੇ ਨੇ
ਤੇ ਉਪਮੇय ਦਾ ਵਰਣਨ ਬੜਾ ਸੁੰਦਰ ਕਰਦੇ ਨੇ। ਘਰ ਸਨਾਨ ਬੈਠਾ ਤਿਸ ਤੀਰ, ਜਮਨਾ ਦੇ ਠੰਡੇ ਸੋਹਣੇ ਸਾਫ ਸੁਥਰੇ ਜਲ ਵਿੱਚ ਇਸ਼ਨਾਨ ਕਰਕੇ ਕਵੀ ਦਰਬਾਰ ਵਾਲੀ ਥਾਂ ਤੇ ਬੈਠ ਜਾਂਦੇ ਨੇ। ਭਾਈ ਮਨੀ ਸਿੰਘ ਜੀ ਵਰਗੇ ਸੁੰਦਰ ਲਿਖਾਈ ਵਾਲੇ ਲਿਖਾਰੀ ਲਿਖਣ ਲੱਗ ਜਾਂਦੇ ਨੇ। ਸਿਲਾ ਸੰਗ ਕਸ ਚਾਲਤ ਨੀਰ, ਉਹ ਸਿਲਾ ਦੇ ਨਾਲੋਂ ਪਾਣੀ ਜਿਹੜਾ ਨਾ ਜਮਨਾ ਦਾ ਖਹਿ ਕੇ ਲੰਘਦਾ ਹੈ। ਉਸ ਸਿਲਾ ਤੇ ਪੱਥਰ ਦੇ ਉੱਤੇ ਬਹਿੰਦੇ ਨੇ ਪਾਤਸ਼ਾਹ, ਜਿਹੜੀ ਸਿਲਾ ਦੇ ਲਾਗਿਓਂ ਦੀ ਜਮਨਾ ਖਹਿ ਕੇ ਲੰਘਦੀ ਹੈ। ਜਾਨ ਦਿਵਸ ਜਬ ਲੋ ਚੜਿਆ ਵੇ, ਮਹਾਰਾਜ ਸੱਚੇ ਪਾਤਸ਼ਾਹ ਸਵੇਰ 6 ਵਜੇ ਦੇ ਬੈਠੇ ਹੁੰਦੇ ਨੇ ਤੇ 10 ਵਜੇ ਤੱਕ ਬੈਠੇ ਹੀ ਰਹਿੰਦੇ ਨੇ। ਇੱਕ ਪਹਿਰ ਲਗਭਗ 3 ਘੰਟੇ ਗੁਰੂ ਸਾਹਿਬ ਜੀ ਰੋਜ਼ ਬਾਣੀ ਉਚਾਰਦੇ ਨੇ ਤੇ ਲਿਖਾਰੀ ਬਾਣੀ ਲਿਖੀ ਜਾਂਦੇ ਨੇ। ਰਹਿ ਕਾਂਕੇ ਗਿਰਾ ਬਣਾਵੇ, ਇਕਾਂਤ ਵਿੱਚ ਬਾਣੀ ਲਿਖਦੇ ਨੇ। ਕਿਹੜੀ ਬਾਣੀ? ਜਿਹੜਾ ਆਪਾਂ ਰੋਜ਼ ਦੋਹਰਾ ਪੜ੍ਹਦੇ ਆਂ, ਦਸਮ ਕਥਾ ਭਾਗਵਤ ਕੀ ਪਾਖਾ ਕਰੀ ਬਣਾਏ। ਕਹਿੰਦੇ ਅਸੀਂ ਦਸਮ ਸਕੰਦ ਦੀ ਕਥਾ ਭਾਸ਼ਾ ਦੇ ਵਿੱਚ ਲਿਖ ਰਹੇ ਹਾਂ, ਆਮ ਬੋਲੀ ਦੇ ਵਿੱਚ ਉਚਾਰਨ ਕਰ ਰਹੇ ਹਾਂ। ਅਵਰ ਬਾਸਨਾ ਨਾਹੇ ਪ੍ਰਭ, ਹੋਰ ਮੇਰਾ ਕੋਈ ਪ੍ਰਯੋਜਨ ਨਹੀਂ ਹੈ ਧਰਮ ਜੁੱਧ ਕੇ ਜਾਏ, ਕਿਉਂਕਿ ਇਸ ਕਥਾ ਨੂੰ ਪੜ੍ਹ ਕੇ ਸੂਰਮੇ ਬਹਾਦਰ ਯੋਧੇ ਨਿਤਰਨਗੇ ਜੰਗ ਦੇ ਮੈਦਾਨ ਵਿੱਚ। ਗੁਰੂ ਸਾਹਿਬ ਸੱਚੇ ਪਾਤਸ਼ਾਹ ਐਸੀ ਕਥਾ ਭਗਵਾਨ ਕ੍ਰਿਸ਼ਨ ਜੀ ਦੀ ਲਿਖਦੇ ਹਨ। ਨਾ ਕਿਸਨ ਕੋ ਦਰਸ਼ਨ ਹੋਏ, ਜਦੋਂ ਬਾਣੀ ਉਚਾਰਨ ਕਰਦੇ ਨੇ ਕ੍ਰਿਸ਼ਨਾ ਅਵਤਾਰ ਦੀ, ਉਸ ਵੇਲੇ ਮਹਾਰਾਜ ਦੇ ਦਰਸ਼ਨ ਕਿਸੇ ਨੂੰ ਨਹੀਂ ਹੁੰਦੇ। ਸਭ ਨੂੰ ਹੁਕਮ ਹੈ ਵੀ ਇੱਧਰ ਨਹੀਂ ਆਉਣਾ, ਕਿਉਂਕਿ ਜੇ ਕੋਲ ਜਾਏਗਾ ਡਿਸਟਰਬ ਕਰੇਗਾ, ਗੱਲਾਂ ਬਾਤਾਂ ਛੇੜੇਗਾ। ਸਾਧ ਸੰਗਤ ਜੀ, ਬਚਨ ਉਹ ਕਰਨਾ ਚਾਹੀਦਾ ਹੈ ਜਿਹਦੀ ਲੋੜ ਹੋਵੇ। ਜਿਹੜੇ ਬਚਨ ਦੀ ਲੋੜ ਨਹੀਂ, ਫਾਲਤੂ ਬਚਨ ਨਹੀਂ ਕਰਨਾ ਚਾਹੀਦਾ। ਸਤਿਗੁਰੂ ਪਾਤਸ਼ਾਹ ਇਕਾਂਤ ਦੇ ਵਿੱਚ ਬੈਠੇ ਹਨ, ਸਾਰਿਆਂ ਨੂੰ ਵਰਜ ਦਿੱਤਾ ਇਧਰ ਕੋਈ ਨਾ ਆਵੇ, ਗੱਲਾਂ ਬਾਤਾਂ ਨਾ ਕਰੇ। ਦੂਰ ਦੂਰ ਰਹਿ ਤਿਲ ਸਭ ਕੋਏ, ਕਹਿੰਦੇ ਦੂਰ ਦੂਰ ਲੋਕ ਰਹਿੰਦੇ, ਸਭ ਨੂੰ ਪਤਾ ਹੈ ਵੀ ਇਸ ਵੇਲੇ ਸਤਿਗੁਰੂ ਬਾਣੀ ਉਚਾਰਨ ਕਰ ਰਹੇ ਨੇ ਤੇ ਬਾਣੀ ਉਚਾਰਨ ਕਰਦਿਆਂ ਨੂੰ ਡਿਸਟਰਬ ਨਹੀਂ ਕਰਨਾ, ਉਹਨਾਂ ਦੇ ਕੋਲ ਗੱਲਾਂ ਬਾਤਾਂ ਨਹੀਂ ਕਰਨੀਆਂ, ਰੌਲਾ ਨਹੀਂ ਪਾਣਾ। ਸ਼ਾਂਤ ਚਿੱਤ ਹੋ ਕੇ ਸਤਿਗੁਰੂ ਬਾਣੀ ਉਚਾਰਦੇ ਰਹਿੰਦੇ ਨੇ ਤੇ ਲਿਖਾਰੀ ਲਿਖਦੇ ਰਹਿੰਦੇ ਨੇ। ਮਨ ਟਿਕਾਏ ਬਰਬਾਨੀ ਰਚੈ, ਮਨ ਟਿਕਾ ਕੇ ਬਾਣੀ, ਦਸਮ ਦੀ ਬਾਣੀ ਜਿਹੜੀ ਹੈ ਇਹ ਪੌਂਟਾ ਸਾਹਿਬ ਦੀ ਧਰਤੀ ਤੇ ਮਹਾਰਾਜ ਲਿਖ ਰਹੇ ਨੇ। ਦਸਮ ਕਥਾ ਭਗਵਤ ਕੀ ਐਸੀ ਸੁੰਦਰ ਬਾਣੀ ਲਿਖ ਰਹੇ ਨੇ। ਨਗਰ ਪਾਵਟਾ ਸ਼ੁਭ ਕਰਨ ਜਮਨਾ ਬਹਿ ਸਮੀਪ, ਜਮਨਾ ਲਾਗਿਓਂ ਦੀ ਲੰਘ ਰਹੀ ਹੈ, ਸਿਲਾ ਤੇ ਬੈਠੇ ਹਨ। ਤੇ ਸਾਧ ਸੰਗਤ ਜੀ, ਇੱਥੇ ਫਿਰ ਜਮਨਾ ਰੌਲਾ ਪਾਉਂਦੀ ਹੈ, ਖੜਾਕ ਕਰਦੀ ਹੈ, ਠਾ ਠਾ ਪਾਣੀ ਆਉਂਦਾ ਹੈ। ਉਹ ਆਵਾਜ਼ ਆਉਣ ਕਰਕੇ ਮਹਾਰਾਜ ਦੀ ਬਿਰਤੀ ਭੰਗ ਹੁੰਦੀ ਹੈ ਤੇ ਫਿਰ ਇੱਕ ਦਿਨ ਸੁੱਤੇ ਸਿੱਧ ਕਹਿੰਦੇ ਜਮਨਾ ਰੌਲਾ ਨਾ ਪਾ। ਅੱਜ ਤੱਕ ਤੁਸੀਂ ਜਾ ਕੇ ਦੇਖ ਲਓ, ਸ੍ਰੀ ਪੌਂਟੇ ਸਾਹਿਬ ਕਿਲੋਮੀਟਰ ਉੱਪਰ ਚਲੇ ਜਾਓ ਤੇ ਬੜਾ ਰੌਲਾ ਹੈ, ਤੇ ਕਿਲੋਮੀਟਰ ਥੱਲੇ ਆ ਜਾਓ ਤੇ ਬੜਾ ਰੌਲਾ ਹੈ। ਪਰ ਜਿੱਥੇ ਮਹਾਰਾਜ ਦਾ ਦਰਬਾਰ ਹੈ ਪੌਂਟਾ ਸਾਹਿਬ, ਜਿੰਨਾ ਮਰਜ਼ੀ ਹੜ ਆਇਆ ਹੋਵੇ, ਪਾਣੀ ਦੀ ਆਵਾਜ਼ ਨਹੀਂ ਆਉਂਦੀ ਉੱਥੇ। ਖੁਸ਼ੀਆਂ ਦੇ ਜਗਾਰੇ ਜਾਵੇ, ਸੋ ਰਿਹਾਲਾ ਜਾਵੇ, ਪੰਥ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਪਾਵੇ। ਕ੍ਰਿਸ਼ਨ ਵਿਲਾਸ ਲਿਖ ਵੇਦ ਸਚੈ, ਮਹਾਰਾਜ ਜੀ ਕ੍ਰਿਸ਼ਨ ਆਦਿ ਦੇ, ਭਗਵਾਨ ਕ੍ਰਿਸ਼ਨ ਜੀ ਦੇ ਜਿਹੜੇ ਬਿਲਾਸ ਸਨ, ਜਿਹੜੇ ਉਹਨਾਂ ਨੇ ਰਾਸ ਮੰਡਲ ਕੀਤਾ ਸੀ, ਰਾਸ ਲੀਲਾ ਕੀਤੀ ਸੀ, ਪਹਿਲਾਂ ਉਹ ਲਿਖਿਆ ਹੈ। ਫਿਰ ਉਸ ਤੋਂ ਬਾਅਦ ਬਿਰੇ ਨਾਟਕ, ਉਹਦੇ ਵਿੱਚ ਹੀ ਕ੍ਰਿਸ਼ਨਾ ਅਵਤਾਰ ਦੇ ਜਦੋਂ ਮਹਾਰਾਜ ਜੀ ਚਲੇ ਗਏ ਸਨ ਗੋਪੀਆਂ ਨੂੰ ਛੱਡ ਕੇ, ਤੇ ਉਦੋਂ ਫਿਰ ਗੋਪੀਆਂ ਵਿਆਕੁਲ ਹੋ ਗਈਆਂ ਸਨ। ਉਦੋਂ ਜਿਹੜੀ ਰਾਧਾ ਨੇ ਸੰਦੇਸ਼ ਭੇਜੇ ਸਨ, ਬਿਰਹਾ ਦੇ ਜਿਹੜੇ ਹੌਕੇ ਲਏ ਸਨ, ਉਹ ਵੀ ਬੜੇ ਕਮਾਲ ਨਾਲ ਵਰਣਨ ਕੀਤੇ ਨੇ। ਜਿਹੜਾ ਉਦੋਂ ਨੇ ਆ ਕੇ ਕ੍ਰਿਸ਼ਨ ਜੀ ਦਾ ਸੰਦੇਸ਼ ਗੋਪੀਆਂ ਨੂੰ ਦਿੱਤਾ ਸੀ, ਉਹ ਵੀ ਲਿਖਿਆ। ਉਦੋਂ ਇਹਨਾਂ ਗੋਪੀਆਂ ਦੀ ਅੱਖੀਆਂ ਦਾ ਜੋਗ ਸਾਰਾ ਨੰਦ ਦੇ ਕੁਮਾਰ ਨੂੰ ਜ਼ਰੂਰ ਜਾਏ ਆਖਣਾ। ਉਹ ਸਾਰੇ ਬਚਨ ਕਲਗੀਧਰ ਪਾਤਸ਼ਾਹ ਬੜੇ ਸੁੰਦਰ ਢੰਗ ਨਾਲ ਸਵਈਆਂ ਵਿੱਚ, ਕਵਿਤਾ ਵਿੱਚ ਲਿਖਦੇ ਹਨ। ਆਦ ਰਾਧਿਕਾ ਗੋਪੀ ਬ੍ਰਿੰਦ, ਰਾਧਿਕਾ ਜਦੋਂ ਰੁੱਸ ਗਈ ਸੀ ਤੇ ਉਦੋਂ ਗੋਪੀਆਂ ਨੂੰ ਮਨਾਉਣ ਗਈਆਂ ਸਨ, ਤੇ ਇੱਥੋਂ ਤੱਕ ਤਰਲੇ ਲੈ ਲੈ ਕੇ, ਮਿੰਨਤਾਂ ਕਰ ਕਰਕੇ ਜਦੋਂ ਮਨਾ ਕੇ ਹਾਰ ਗਈਆਂ ਸਨ ਤੇ ਰਾਧਾ ਨਹੀਂ ਸੀ ਆਈ, ਫਿਰ ਕ੍ਰਿਸ਼ਨ ਜੀ ਆਪ ਮਨਾਉਣ ਗਏ ਸਨ।
ਉਹ ਸਾਰਾ ਪ੍ਰਕਰਨ ਕਲਗੀਧਰ ਪਾਤਸ਼ਾਹ ਨੇ ਬਹੁਤ ਕਮਾਲ ਲਿਖਿਆ ਹੈ। ਸੋ ਮਿਲ ਜਿਮ ਕੀਨ ਆਨੰਦ। ਔਰ ਜਿਵੇਂ ਉਹਨਾਂ ਗੋਪੀਆਂ ਨਾਲ ਮਿਲ ਕੇ ਆਨੰਦ ਕੀਤਾ ਸੀ, ਖੇਡਾਂ ਖੇਡੀਆਂ ਸਨ, ਉਹ ਸਾਰੀਆਂ ਵਰਣਨ ਕੀਤੀਆਂ ਹਨ। ਇਹ ਸਾਧ ਸੰਗਤ ਜੀ ਬੜੀ ਸੂਖਮ ਖੇਡ ਹੈ। ਆਮ ਲੋਕੀ ਜਿਹੜੇ ਜਿੰਨੀ ਕਿਸੇ ਦੀ ਬਿਰਤੀ ਹੈ ਨਾ ਉਹਨਾਂ ਸਮਝਦੇ ਆ, ਕਿਉਂਕਿ ਸਾਡੀ ਦ੍ਰਿਸ਼ਟੀ ਵਿਕਾਰੀ ਹੈ ਨਾ। ਸਾਨੂੰ ਸਾਰੇ ਹੀ ਆਪਣੇ ਰੋਗੀ ਕੇ ਭਾਣੇ, ਸਭ ਰੋਗੀ ਸਾਨੂੰ ਸਾਰੇ ਆਪਣੇ ਵਰਗੇ ਦਿਸਦੇ ਆ, ਪਰ ਕਦੀ ਗੋਪੀਆਂ ਵਰਗਾ ਬਣ ਤਾਂ ਕੋਈ ਜਾਵੇ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਗੋਪੀਆਂ ਵਰਗਾ ਬਣਨਾ ਔਖਾ ਹੈ, ਰਾਧਾ ਵਰਗਾ ਬਣਨਾ ਔਖਾ ਹੈ, ਉਦਾਂ ਦਾ ਪਿਆਰ ਭਗਵਾਨ ਨਾਲ ਕਰਨਾ ਔਖਾ ਹੈ। ਤਾਂ ਹੀ ਤਾਂ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ। ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੈ। ਜਿਹੜੇ ਦਸਮ ਦੀ ਬਾਣੀ ਤੇ ਕਿੰਤੂ ਕਰਦੇ ਨੇ ਉਹ ਕਹਿੰਦੇ ਅਸੀਂ ਤਾਂ ਆਦਿ ਦੀ ਬਾਣੀ ਨੂੰ ਮੰਨਦੇ ਆ, ਤੇ ਆਦਿ ਦੀ ਬਾਣੀ 'ਚ ਕਿਹੜਾ ਨਹੀਂ ਲਿਖਿਆ ਹੋਇਆ? ਆਦਿ ਦੀ ਬਾਣੀ 'ਚ ਵੀ ਲਿਖਿਆ ਆਪੇ ਗੋਪੀ ਆਪੇ ਕਾਨਾ ਆਪੇ ਗਊ ਚਰਾਵੇ ਬਾਨਾ। ਇਹ ਸਾਰੀ ਲੀਲਾ ਸਤਿਗੁਰੂ ਜੀ ਲਿਖਦੇ ਹਨ। ਕਰਨਾ ਸਤਿਗੁਰ ਪ੍ਰੇਮ ਲਗਾਏ। ਮਹਾਰਾਜ ਪ੍ਰੇਮ ਦਾ ਵਰਣਨ ਕਰਦੇ ਨੇ। ਤੇ ਇੱਕ ਜਗ੍ਹਾ ਤੇ ਫਿਰ ਜਦੋਂ ਗੋਪੀਆਂ ਰਾਧਾ ਰੁੱਸੀ ਹੁੰਦੀ ਹੈ ਤੇ ਉਹ ਫਿਰ ਕੀ ਕਹਿੰਦੀ ਹੈ ਪ੍ਰੇਮ ਕਰਨਾ ਕਿਹੜਾ ਸਾਰਿਆਂ ਨੂੰ ਆਉਂਦਾ ਹੈ। ਆਖੋ ਸਤਨਾਮ। ਕਹਿੰਦੇ ਨਰ ਏਕ ਅਕੀਨ ਹੀ ਪ੍ਰੀਤ ਕਰੈ, ਏਕ ਕੀਨ ਕਰੈ, ਏਕ ਕੀਨ ਜੋ ਜਾਣੈ, ਏਕ ਨ ਪ੍ਰੀਤ ਕੇ ਭੇਦ ਜਨੈ, ਜੋ ਪ੍ਰੀਤ ਕਰੈ ਆਰ ਕਹਤੇ ਮਾਨੈ। ਇਹਦਾ ਮਤਲਬ ਇਹ ਹੈ ਇੱਕ ਉਹ ਬੰਦੇ ਨੇ ਜਿਹੜੇ ਬਿਨਾਂ ਪ੍ਰੀਤ ਕੀਤੇ ਹੀ ਪ੍ਰੀਤ ਕਰਦੇ। ਸਾਨੂੰ ਨਹੀਂ, ਅਸੀਂ ਉਹਨੂੰ ਨਹੀਂ ਪ੍ਰੇਮ ਕਰਦੇ ਪਰ ਸਾਨੂੰ ਪ੍ਰੇਮ ਕਰ ਰਿਹਾ। ਕਈ ਵਾਰੀ ਐਸੇ ਚਾਂਸ ਮਾਂ ਪੁੱਤਰ ਨੂੰ ਪਿਆਰ ਕਰ ਰਹੀ, ਬੇਸ਼ੱਕ ਪੁੱਤਰ ਮਾਂ ਨੂੰ ਕਰੇ ਨਾ ਕਰੇ, ਮਾਂ ਕਰ ਰਹੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਿਨਾਂ ਪ੍ਰੇਮ ਕੀਤੇ ਹੀ ਪ੍ਰੇਮ ਕਰਦੇ ਨੇ। ਇੱਕ ਉਹ ਹੁੰਦੇ ਨੇ ਜਿਹੜੇ ਬਰਾਬਰ ਪ੍ਰੀਤ ਕਰਦੇ ਨੇ, ਬਰਾਬਰ ਜਵਾਬ ਦਿੰਦੇ ਨੇ ਵੀ ਉਹਨੇ ਮੈਨੂੰ ਪ੍ਰੇਮ ਕੀਤਾ ਤੇ ਮੈਂ ਵੀ ਉਹਨੂੰ ਪ੍ਰੇਮ ਕਰਾਂ। ਤੀਜੇ ਉਹ ਹੁੰਦੇ ਨੇ ਜਿਹੜੇ ਬਰਾਬਰ ਪ੍ਰੇਮ ਕਰ ਤੇ ਨਹੀਂ ਸਕਦੇ ਪਰ ਇੰਨਾ ਪਤਾ ਹੁੰਦਾ ਵੀ ਫਲਾਣਾ ਮੈਨੂੰ ਪ੍ਰੇਮ ਕਰਦਾ। ਕਹਿੰਦੇ ਚੌਥੇ ਉਹ ਹੁੰਦੇ ਨੇ ਜਿਹੜੇ ਪ੍ਰੀਤ ਦੀ ਰੀਤ ਸਮਝਦੇ ਹੀ ਨਹੀਂ। ਜਿਹੜਾ ਕੋਈ ਪ੍ਰੀਤ ਕਰੇ ਉਹਨੂੰ ਦੁਸ਼ਮਣ ਸਮਝਦੇ ਨੇ। ਉਹ ਕਹਿੰਦੇ ਆਹ ਬੰਦਾ ਜਿਹੜਾ ਮੈਨੂੰ ਪ੍ਰੀਤ ਕਰ ਰਿਹਾ ਹੈ ਨਾ, ਪਤਾ ਨਹੀਂ ਮੇਰੇ ਤੋਂ ਕੀ ਮੰਗਣਾ ਚਾਹੁੰਦਾ, ਕੀ ਲੈਣਾ ਚਾਹੁੰਦਾ, ਉਹਦੇ ਨਾਲ ਸਗੋਂ ਹੋਰ ਜ਼ਿਆਦਾ ਨਫ਼ਰਤ ਕਰਦੇ ਨੇ। ਇਹ ਗੱਲ ਗੋਪੀਆਂ ਨੇ ਉਥੇ ਚਤੁਰਪੁਰਖ ਭੇਦ ਲਿਖਿਆ, ਦਸਮ ਪਾਤਸ਼ਾਹ ਨੇ ਸਵਈਆ ਲਿਖਿਆ। ਨਰ ਏਕ ਅਕੀਨ ਹੀ ਪ੍ਰੀਤ ਕਰੈ, ਇੱਕ ਕੀਨ ਕਰੈ, ਇੱਕ ਕੀਨ ਜੋ ਜਾਣੈ, ਏਕ ਨਾ ਪ੍ਰੀਤ ਕੇ ਭੇਦ ਜਨੈ, ਜੋ ਪ੍ਰੀਤ ਕਰੈ ਅਰ ਕਹਤੇ ਮਾਨੈ। ਸੋ ਐਸੀ ਸੁੰਦਰ ਰਚਨਾ ਸ੍ਰੀ ਕਲਗੀਧਰ ਜੀ ਕਰਦੇ ਹਨ। ਫਿਰ ਇਹੋ ਜੀ ਰਚਨਾ ਹੈ। ਹੁਣ ਇੱਥੇ ਦਸਮ ਦਾ ਸਰੂਪ ਖੁੱਲ ਕੇ ਬਹਿ ਜਾਈਏ ਤਾਂ ਸਾਡਾ ਉਧਰ ਧਿਆਨ ਚਲਾ ਜਾਣਾ। ਕ੍ਰਿਸ਼ਨ ਅਵਤਾਰ ਦੀ ਜਦੋਂ ਕਥਾ ਮਹਾਰਾਜ ਕਰਾਵੇਗਾ ਫਿਰ ਉਤ ਪਤਾ ਲੱਗੇਗਾ। 444 ਛੰਦ ਤੋਂ ਸ਼ੁਰੂ ਕਰ ਲਓ ਕ੍ਰਿਸ਼ਨ ਅਵਤਾਰ, ਵੇਖੋ ਤੁਸੀਂ ਅੱਗੇ ਫਿਰ ਤੁਕਾਂਤ ਵਿੱਚ 35 ਪਾਈ ਹੋਈ ਹੈ। ਅਖੀਰ ਵਿੱਚ ਜੇ ਮੰਨ ਲਓ ਅਸਵਈਆ ਖਤਮ ਹੋ ਰਿਹਾ ਤੇ ਈੜੀ ਨਾਲ ਹੋ ਰਿਹਾ, ਊੜੇ ਨਾਲ ਹੋ ਰਿਹਾ, ਫਿਰ ਐੜੇ ਨਾਲ ਹੋ ਰਿਹਾ, ਈੜੀ ਨਾਲ ਹੋ ਰਿਹਾ, ਸੱਸੇ ਨਾਲ ਹੋ ਰਿਹਾ, ਫਿਰ ਹਾਹੇ ਨਾਲ ਹੋ ਰਿਹਾ, ਫਿਰ ਕੱਕੇ ਨਾਲ ਹੋ ਰਿਹਾ, ਫਿਰ ਖੱਖੇ ਨਾਲ ਹੋ ਰਿਹਾ, ਫਿਰ ਉਹਦੇ ਗੱਗੇ ਨਾਲ ਹੋ ਰਿਹਾ, ਫਿਰ ਘੱਗੇ ਨਾਲ ਹੋ ਰਿਹਾ, ਫਿਰ ਨੰਗੇ ਨਾਲ ਹੋ ਰਿਹਾ, ਫਿਰ ਚੱਚੇ ਛੱਛੇ। ਉਹ ਤੁਨ ਤੁਕਾਂਤ ਹੁੰਦਾ ਜਿੱਥੇ ਲਾਸਟ ਤੁਕ ਦੀ ਅਖੀਰਲੀ ਪੰਕਤੀ ਖਤਮ ਹੁੰਦੀ ਹੈ ਨਾ, ਜਿੱਥੇ ਜਾ ਕੇ ਜਿਵੇਂ ਆਪਾਂ ਪੜ੍ਹਦੇ ਹਾਂ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਜਾਈਏ ਤੇ ਹੋੜਾ ਆਨਿਓ ਤੇ ਰਾਮ ਰਹੀਮ ਕੁਰਾਨ ਅਨੇਕ ਕਹਿਮਤ ਏਕ ਨਾ ਮਾਨਿਓ। ਇਹਨੂੰ ਯੋ ਜਿੱਥੇ ਲੱਗਾ ਇਹ ਤੁਕਾਂਤ ਹੈ, ਤੁਕ ਦਾ ਅੰਤ ਹੈ। ਇਦਾਂ ਦੇ ਮਹਾਰਾਜ ਨੇ 444 ਛੰਦ ਤੋਂ ਜਿਹੜਾ ਕ੍ਰਿਸ਼ਨ ਅਵਤਾਰ ਦਾ ਹੈ ਉੱਥੋਂ ਫਿਰ ਤੁਕਾਂਤ ਵਿੱਚ 35 ਪਾਈ ਹੈ। ਇੰਨਾ ਕਮਾਲ ਦੀ ਰਚਨਾ ਕੀਤੀ ਹੈ ਸਤਿਗੁਰੂ ਜੀ ਨੇ। ਵੱਡੇ ਵੱਡੇ ਕਵੀਆਂ ਦੇ ਹੱਥ ਕੰਨਾਂ ਨੂੰ ਲੱਗ ਜਾਂਦੇ ਆ, ਕਹਿੰਦੇ ਕਿੱਥੋਂ ਬਾਣੀ ਆ ਰਹੀ ਸੀ। ਸੋ ਸਤਿਗੁਰੂ ਏਦਾਂ ਦੀ ਰਚਨਾ ਰਚਦੇ ਹਨ। ਕਹਿੰਦੇ ਆਪ ਮੁੱਢ ਵਿੱਚ ਕੱਕਾ ਰੱਖਿਆ ਹੈ, ਅਖੀਰ ਵਿੱਚ ਡਾੜਾ ਰੱਖਿਆ ਹੈ, ਝਪੀੜਾ ਝਗੀੜਾ ਏਦਾਂ ਪੰਕਤੀਆਂ ਹੁੰਦੀਆਂ ਉੱਥੇ। ਇਹ ਮਹਾਰਾਜ ਸੱਚੇ ਪਾਤਸ਼ਾਹ ਡਾੜੇ ਅੱਖਰ ਦੇ ਨਾਲ ਪੂਰੀ ਖਤਮ ਕੀਤੀ ਹੈ ਜਾ ਕੇ 35 ਜਿਹੜੀ ਦਸਮ ਦੇ
ਕ੍ਰਿਸ਼ਨ ਅਵਤਾਰ ਵਿੱਚ ਲਿਖੀ ਹੈ। ਜਿਹ ਜੇ ਵਰਨ ਜਥਾ ਕਰਮ ਧਾਰ, ਅੱਖਰ ਕਰਮ ਅਨੁਸਾਰ ਵਰਣਨ ਕੀਤਾ। ਜੋ ਗੁਰੂ ਮਹਾਰਾਜ ਦੀ ਬਾਣੀ ਵਿੱਚ ਨੇ, ਜੋ ਪੰਜਾਬੀ ਚ ਆਪਾਂ ਊੜਾ ਐੜਾ 35 ਅੱਖਰ ਪੜ੍ਹਦੇ ਆ, ਉਹਨਾਂ ਦਾ ਸਟੈਪ ਬਾਈ ਸਟੈਪ ਹੈ ਨਾ। ਕੱਕੇ ਦੀ ਲਾਈਨ ਹੈ, ਇਹ ਕਾ ਵਰਗ ਹੁੰਦਾ, ਚਾ ਵਰਗ ਹੁੰਦਾ, ਤਾ ਵਰਗ ਹੁੰਦਾ, ਤਾ ਵਰਗ ਹੁੰਦਾ, ਪਾ ਵਰਗ ਹੁੰਦਾ। ਇਹਨਾਂ ਪੰਜਾਂ ਅੱਖਰਾਂ ਦਾ ਇੱਕ ਵਰਗ ਹੁੰਦਾ। ਉਹਦੇ ਪੰਜਾਂ ਦੇ ਅੱਖਰਾਂ ਦੇ ਨਾਲ ਤੁਕਾਂਤ ਮਿਲਾ ਕੇ ਮਹਾਰਾਜ ਨੇ ਬਾਣੀ ਰਚੀ ਹੈ। ਪਾਏ ਸਵੈਨ ਕੇ ਕੁੰਜਤ ਕ੍ਰਾਂਤ, ਇਹ ਸਵਈਆਂ ਦੇ ਅਖੀਰ ਵਿੱਚ ਮਹਾਰਾਜ ਨੇ ਰੱਖੀ ਹੈ। ਕਵੀ ਰਾਜ ਭਾਈ ਸੰਤੋਖ ਸਿੰਘ ਜੀ, ਕਿਉਂਕਿ ਦਸਮ ਦੇ ਵੀ ਬੜੇ ਵਿਦਵਾਨ ਸਨ, ਉਹ ਸਾਰੀ ਕਮਾਲ ਦੀ ਰਚਨਾ ਉਹਨਾਂ ਨੇ ਪੜ੍ਹੀ ਹੋਈ ਸੀ, ਤਾਂ ਹੀ ਐਡੀ ਸੋਹਣੀ ਰਚਨਾ ਰਚ ਰਹੇ ਨੇ। ਕਹਿੰਦੇ ਸਤਿਗੁਰੂ ਆਪ ਏਦਾਂ ਦੀ ਬਾਣੀ ਰਚਦੇ ਹਨ। ਪਾਠਕ ਸਮਰਥ ਰਖੈ ਬਖਿਆਤ, ਕਹਿੰਦੇ ਜਿਹੜੇ ਦਸਮ ਦੇ ਪਾਠੀ ਹਨ, ਸਿਆਣੇ ਸਮਝਦਾਰ, ਜਿਨ੍ਹਾਂ ਨੂੰ ਪਤਾ ਹੈ, ਜਿਹਨੇ ਧਿਆਨ ਨਾਲ, ਇੱਕ ਤਾਂ ਹੁੰਦਾ ਵੀ ਉਦਾਂ ਹੀ ਪਾਠ ਕਰ ਲੈਣਾ ਵੇਖ ਕੇ, ਇੱਕ ਹੁੰਦਾ ਵੀ ਹਰ ਚੀਜ਼ ਤੇ ਧਿਆਨ ਦੇਣਾ ਵੀ ਬਾਣੀ ਕਿੱਦਾਂ ਰਚੀ ਹੈ, ਛੰਦਾਂ ਦੀ ਰਚਨਾ ਕਿਵੇਂ ਹੈ, ਅਲੰਕਾਰਾਂ ਦੀ ਰਚਨਾ ਕਿਵੇਂ ਹੈ, ਅਰਥ ਭਾਵ ਕੀ ਹਨ। ਜਿਹੜਾ ਪੂਰੇ ਗਹੁ ਨਾਲ ਪੜ੍ਹੇਗਾ ਨਾ, ਉਹਨੂੰ ਫਿਰ ਦਸਮ ਦੇ ਵਿੱਚੋਂ ਇਹੋ ਜਿਹੀ ਚਮਤਕਾਰੀ ਚੀਜ਼ਾਂ ਮਿਲਣਗੀਆਂ। ਤੇ ਜਿਹੜਾ ਫਿਰ ਧਿਆਨ ਨਾਲ ਪੜ੍ਹ ਲੈਂਦਾ, ਉਹ ਫਿਰ ਦਸਮ ਦੇ ਉੱਤੇ ਸ਼ੰਕਾ ਨਹੀਂ ਕਰਦਾ। ਸਾਧ ਸੰਗਤ ਜੀ, ਉਹ ਆਪਣੇ ਗੁਰੂ ਦੀ ਬਾਣੀ ਤੇ ਕਿੰਤੂ ਨਹੀਂ ਕਰਦਾ, ਭਾਵੇਂ ਉਹਦਾ ਸਿਰ ਵੱਢ ਦਿਓ। ਹਾਂਜੀ, ਇਤਿਆਦਿਕ ਕੇ ਬਹੁਤ ਚਤੁਰਾਏ, ਇਤਿਆਦਿਕ ਬਹੁਤ ਚਤੁਰਤਾ ਦੇ ਨਾਲ, ਬੜੀ ਸਿਆਣਪ ਦੇ ਨਾਲ ਦਸਵੇਂ ਪਾਤਸ਼ਾਹ ਕਲਗੀਧਰ ਜੀ ਕ੍ਰਿਸ਼ਨ ਅਵਤਾਰ ਦੀ ਰਚਨਾ ਕਰ ਰਹੇ ਹਨ। ਸੁੰਦਰ ਕਵਿਤਾ ਕਰ ਪਾਏ, ਔਰ ਬੜੀ ਸੋਹਣੀ ਕਵਿਤਾ ਬਣਾ ਕੇ ਆਪਣੇ ਗ੍ਰੰਥ ਵਿੱਚ ਰੱਖ ਰਹੇ ਹਨ। ਜਲ ਕਸ ਚਲੈ ਸਦਾ ਕੇ ਸਾਥ, ਔਰ ਸਾਧ ਸੰਗਤ ਜੀ, ਜਲ ਜਿਹੜਾ ਹੈ ਨਾ ਜਮਨਾ ਦਾ, ਉਹ ਮਹਾਰਾਜ ਦੀ ਉਹ ਸਿਲਾ ਜਿੱਤੇ ਬਹਿ ਕੇ ਬਾਣੀ ਰਚਦੇ ਨੇ, ਉਹਦੇ ਨਾਲੋਂ ਘਸ ਕੇ ਨਿਕਲਦਾ ਹੈ। ਕਹਾਂ ਵਿਰਾਜੈ ਸ੍ਰੀ ਜਗਨਨਾਥ, ਤੇ ਮਹਾਰਾਜ ਉਸ ਪੱਥਰ ਦੀ ਸਿਲਾ ਤੇ ਬੈਠੇ ਹੁੰਦੇ ਨੇ। ਮਨੀ ਸਿੰਘ ਜੀ ਵਰਗੇ ਬਹੁਤ ਸਾਰੇ ਲਿਖਾਰੀ ਲਿਖਣ ਲੱਗੇ ਹੁੰਦੇ ਨੇ, ਮਹਾਰਾਜ ਬਾਣੀ ਉਚਾਰਨ ਕਰੀ ਜਾਂਦੇ ਨੇ, ਲਿਖਾਰੀ ਲਿਖੀ ਜਾਂਦੇ ਨੇ। ਕਾਤਕ ਮਾਸ ਸੁੰਦਰੀ ਰੁੱਤ ਮੈਂ, ਕੱਤਕ ਦਾ ਮਹੀਨਾ ਬੜੀ ਸੋਹਣੀ ਸ਼ਰਦ ਰੁੱਤ ਹੈ। ਚੜੈ ਕੇ ਬੈ ਹੋਏ ਜਿਤ ਮੈਂ, ਦੁਪਹਿਰ ਵੇਲੇ ਸ਼ਿਕਾਰ ਨੂੰ ਚੜ੍ਹਦੇ ਨੇ, ਸਵੇਰੇ 10 ਵਜੇ ਤੱਕ ਬਾਣੀ ਲਿਖਦੇ ਨੇ। ਫਿਰ ਮਹਾਰਾਜ ਘੋੜੇ ਕਾਠੀ ਪਵਾ ਕੇ ਫੌਜਾਂ ਨੂੰ ਲੈ ਕੇ ਜੰਗਲ ਸ਼ਿਕਾਰ ਖੇਡਣ ਜਾਂਦੇ ਨੇ। ਸਿੱਖ ਮਸੰਦਨ ਬ੍ਰਿੰਦਨ ਬ੍ਰਿੰਦ, ਬਹੁਤ ਸਾਰੇ ਸਿੱਖਾਂ ਮਸੰਦਾਂ ਨੂੰ ਨਾਲ ਲੈ ਕੇ ਭਇਓ ਆਣ ਬਹੁ ਮੇਲ ਬਿਲੰਦ, ਮਹਾਰਾਜ ਦਰਬਾਰ ਲਾਉਂਦੇ ਨੇ, ਸੰਗਤਾਂ ਜੁੜਦੀਆਂ ਨੇ। ਉਹਨਾਂ ਦਾ ਇਕੱਠ ਬੜਾ ਹੋ ਗਿਆ। ਇੱਕ ਵਾਰੀ ਬਹੁਤ ਸਾਰੇ ਮਸੰਦ ਤੇ ਸਿੱਖ ਆ ਗਏ। ਸਿਰੇ ਪਾਉ ਸਭਨ ਹਿਤ ਦਰਦੇ, ਮਹਾਰਾਜ ਨੇ ਹੁਣ ਜਿੰਨੇ ਵੀ ਸੰਗਤ ਦੇ ਮਸੰਦ ਆਏ ਸੀ, ਸੰਗਤਾਂ ਆਈਆਂ ਸੀ, ਉਹਨਾਂ ਨੂੰ ਸਰੋਪੇ ਵੀ ਦੇਣੇ ਸੀਗੇ। ਤੇ ਸਰੋਪਾ ਸਾਧ ਸੰਗਤ ਜੀ ਦਸਤਾਰ ਦਾ ਜਾਂ ਕੱਪੜੇ ਦਾ ਹੁੰਦਾ, ਆਪ ਜੀ ਨੂੰ ਪਤਾ ਹੀ ਹੈ। ਉਹਨਾਂ ਦਿਨਾਂ ਵਿੱਚ ਅੱਜ ਕੱਲ੍ਹ ਵਰਗੀਆਂ ਫੈਕਟਰੀਆਂ ਨਹੀਂ ਸੀ। ਇਹ ਤਾਂ ਜਿਹੜੇ ਮੇਰੇ ਤੋਂ ਥੋੜਾ ਜਿਹਾ 10-15 ਸਾਲ ਵੱਡੇ ਸਨ ਨਾ, ਉਹਨਾਂ ਨੂੰ ਵੀ ਤੁਸੀਂ ਪੁੱਛ ਲਓ। ਆਪਣੇ ਪਿੰਡਾਂ 'ਚ ਕੱਪੜਾ ਬਹੁਤ ਘੱਟ ਹੁੰਦਾ ਸੀ। ਹੁਣ ਤੇ ਕੱਪੜੇ ਦਾ ਅੰਤ ਹੀ ਨਹੀਂ ਰਿਹਾ। ਅਸੀਂ ਆਪਣੇ ਬਚਪਨ 'ਚ ਵੇਖਿਆ ਵੀ 4 ਭਰਾ ਬੁੱਢੇ ਹੁੰਦੇ ਸੀ ਤੇ ਇੱਕ ਸੂਟ ਸਵਾ ਕੇ ਰੱਖ ਛੱਡਦੇ ਸੀ। ਉਹ ਵਿਆਹ ਤੇ ਕਦੀ ਉਹਨੇ ਪਾ ਜਾਣਾ, ਕਦੀ ਉਹਨੇ ਪਾ ਜਾਣਾ, ਉਹਨੂੰ ਹੀ ਤਹਿ ਜਾ ਕਰਕੇ ਸਿਰਹਾਣੇ ਥੱਲੇ ਰੱਖ ਛੱਡਣਾ। ਉਹੀ ਪ੍ਰੈਸ ਹੋ ਜਾਂਦਾ ਸੀ ਉੱਥੇ ਪਿਆ ਪਿਆ। ਸਾਦਾ ਜ਼ਮਾਨਾ ਸੀਗਾ ਤੇ ਪੱਗਾਂ ਜਿਹੜੀਆਂ ਸੀ ਬਹੁਤ ਘੱਟ ਮਿਲਦੀਆਂ ਸੀ, ਖੱਦਰ ਦੀਆਂ ਪੱਗਾਂ ਹੁੰਦੀਆਂ ਸੀ। ਉਹ ਗੁਰੂ ਸਾਹਿਬ ਦੇ ਟਾਈਮ ਤੇ ਜੁਲਾਏ ਕੱਪੜਾ ਬੁਣਿਆ ਕਰਦੇ ਸੀ। ਫੈਕਟਰੀਆਂ ਨਹੀਂ ਸੀ ਅੱਜ ਕੱਲ੍ਹ ਵਰਗੀਆਂ ਜਿਹੜੀਆਂ ਲੱਖਾਂ ਮੀਟਰ ਪੱਗਾਂ ਬਣਾ ਦਿੰਦੀਆਂ ਨੇ, ਲੱਖਾਂ ਮੀਟਰ ਕੱਪੜਾ ਮਿਲ ਜਾਂਦਾ। ਉਦੋਂ ਇੰਨਾ ਕੱਪੜਾ ਸੌਖਾ ਨਹੀਂ ਸੀ ਮਿਲਦਾ। ਹੁਣ ਮਹਾਰਾਜ ਨੂੰ ਆ ਗਈ ਲੋੜ ਪੈ ਗਈ ਸਰੋਪਿਆਂ ਦੀ। ਸਰੋਪਾ ਮਿਲਦਾ ਨਹੀਂ। ਬਹੁਤ ਸੰਗਤਾਂ ਆਈਆਂ ਨੇ, ਸਰੋਪੇ ਵੀ ਦੇਣੇ ਨੇ, ਮਸੰਦਾਂ ਨੂੰ ਵੀ ਸਰੋਪੇ ਦੇਣੇ ਨੇ, ਪੱਗਾਂ ਦੇਣੀਆਂ ਨੇ। ਬੜੇ ਦਾਸ ਹਿਤ ਮੋਲੇ ਲਾਵੇ, ਮਹਾਰਾਜ ਨੇ ਆਪਣੇ ਸੇਵਾਦਾਰ ਭੇਜੇ ਵੀ ਲਾਗੇ ਬੰਨੇ ਜਿਹੜੇ ਸ਼ਹਿਰ ਨੇ, ਜਿਹੜੀਆਂ ਕੱਪੜੇ ਦੀਆਂ ਮੰਡੀਆਂ ਨੇ, ਉਥੋਂ ਕੱਪੜਾ ਖਰੀਦ ਕੇ ਲਿਆਓ ਸਰੋਪਿਆਂ ਵਾਸਤੇ। ਨਗਰ ਨਿਕਟ ਚੇਤਕ ਤਹਿ ਜਾਣੇ, ਪੌਂਡਾ ਸਾਹਿਬ ਦੇ ਲਾਗੇ ਜਿਹੜੇ ਜਿਹੜੇ ਸ਼ਹਿਰ ਸਨ, ਉਹਨਾਂ ਸ਼ਹਿਰਾਂ ਵਿੱਚ ਸਿੱਖ ਗਏ ਹਨ। ਸਦਨ ਲਿਖਿਆ ਗਣ ਮਨੋਜ ਭਿਆਨੇ, ਸਾਰਿਆਂ ਵਿੱਚ ਬੰਦੇ ਭੇਜੇ ਵੀ ਜਾਓ ਉੱਥੋਂ ਪਤਾ ਕਰੋ ਜਿੱਥੋਂ ਕੱਪੜਾ ਮਿਲਦਾ, ਦਸਤਾਰਾਂ ਵਾਸਤੇ, ਸਰੋਪਿਆਂ ਵਾਸਤੇ ਕੱਪੜਾ ਲੈ ਕੇ ਆਓ। ਉਤੋਂ ਗੋਡੀਆ ਨਗਰ ਸਡੌਰਾ, ਲਾਗੇ ਸ਼ਹਿਰ ਸਨ। ਇੱਕ ਤਾਂ ਸਡੌਰਾ ਸੀਗਾ, ਪੀਰ ਬੁੱਧੂ ਸ਼ਾਹ ਦਾ ਪਿੰਡ। ਇੱਕ ਬੂੜੀਆ ਸੀ ਜਮਨਾ ਨਗਰ ਜਗਾਧਰੀ ਦੇ ਕੋਲ।
ਇਹੋ ਜਿਹੇ ਜਿਹੜੇ ਸ਼ਹਿਰ ਸਨ ਉਥੋਂ ਮਹਾਰਾਜ ਪੱਗਾਂ ਮੰਗਵਾਉਣ ਵਾਸਤੇ ਪੈਸੇ ਦੇ ਕੇ ਸਿੱਖ ਭੇਜੇ ਹਨ। ਇੱਥੇ ਆ ਕੇ ਪਹੁੰਚੇ ਸਭ ਥਾਰਾ। ਇਹ ਸਾਰੇ ਜਿਹੜੇ ਨੇੜੇ ਨੇੜੇ ਛੋਟੇ ਛੋਟੇ ਕਸਬੇ ਹਨ ਜਿੱਥੇ ਪੱਗਾਂ ਮਿਲ ਸਕਣ ਦਾ, ਕੱਪੜੇ ਮੰਡੀ ਦਾ ਜਾਂ ਕੱਪੜੇ ਦੀਆਂ ਦੁਕਾਨਾਂ ਦਾ ਪਤਾ ਲੱਗਾ, ਉੱਥੇ ਗੁਰੂ ਸਾਹਿਬ ਜੀ ਨੇ ਸਿੱਖ ਭੇਜੇ ਹਨ। 100-200 ਪੱਗੀਆਂ ਤਹਲੀਨਾ। ਬੜੀ ਮੁਸ਼ਕਲ ਦੇ ਨਾਲ 100, 150, 200 ਪੱਗ ਮਿਲੀ। ਮਹਾਰਾਜ ਨੂੰ ਚਾਹੀਦੀਆਂ ਸੀ ਬਹੁਤ ਜ਼ਿਆਦੀਆਂ, ਪਰ ਪੱਗਾਂ ਮਿਲੀਆਂ ਕੋਈ ਨਹੀਂ। 200 ਪੱਗ ਬੜੀ ਮੁਸ਼ਕਲ ਨਾਲ ਇਕੱਠੀ ਹੋਈ ਹੈ। ਅਪਰਨਾ ਪ੍ਰਾਪਤ ਭੋਜਨ ਕੀਨਾ। ਆਲੇ ਦੁਆਲੇ ਪਿੰਡਾਂ 'ਚ ਸ਼ਹਿਰਾਂ 'ਚ ਪਤਾ ਕੀਤਾ, ਪੱਗ ਕਿਤੋਂ ਨਹੀਂ ਮਿਲੀ। ਇਤਨੀ ਦਸਤਾਰਾਂ ਜਿੰਨੀਆਂ ਚਾਹੀਦੀਆਂ ਸੀ ਨਹੀਂ ਮਿਲੀਆਂ। ਆਟੇ ਆਏ ਜੈ ਕਹਿੰਦੇ ਦਾਸ। ਸੇਵਾਦਾਰ ਵਿਚਾਰੇ ਜਿੰਨੀਆਂ ਕੁ ਮਿਲਦੀਆਂ ਸੀ ਲੈ ਕੇ ਵਾਪਸ ਪੌਂਟੇ ਸਾਹਿਬ ਆ ਗਏ। ਜੇਤਕ ਹੋਤੇ ਸੋਆਨੇ ਪਾਸ। ਜਿੰਨੀਆਂ ਕੁ ਪੱਗਾਂ ਵਿਚਾਰਿਆਂ ਨੂੰ ਮਿਲੀਆਂ ਉਹ ਲੈ ਆਏ। ਕਾਰਜ ਨਹੀਂ ਸਰਿਓ ਸਭ ਕੇਰਾ। ਪਰ ਜਿੰਨੀ ਸੰਗਤ ਆਈ ਸੀ, ਜਿੰਨੇ ਸਰੋਪੇ ਦੇਣੇ ਸੀ, ਜਿੰਨੇ ਮਸੰਦ ਸੀ, ਉਹਨੇ ਕੱਪੜੇ ਦੀ ਜਿਹੜੀ ਥੋੜ ਪੂਰੀ ਨਹੀਂ ਹੋਈ, ਯਾਨੀ ਕੰਮ ਨਹੀਂ ਸਰਿਆ। ਦਿਵਸ ਪੰਚਮੀ ਚੜੇ ਅਖੇਰਾ। ਤੇ ਗੁਰੂ ਸਾਹਿਬ ਪੰਚਮੀ ਵਾਲੇ ਦਿਨ ਸ਼ਿਕਾਰ ਨੂੰ ਚੜ ਪਏ। ਪੰਥ ਦੌੜ ਕੇ ਚੱਲ ਕਰ ਆਏ। ਤੇ ਪਹਾੜਾਂ ਦੀ ਦੂਣ ਹੈ ਲਾਗੇ ਲਾਗੇ, ਪਹਾੜ ਦੇ ਥੱਲੇ ਥੱਲੇ ਤੁਰੇ ਆਉਂਦੇ ਸ਼ਿਕਾਰ ਖੇਡਦੇ ਹਨ। ਲਹਿਰ ਗਿਰਨ ਤੇ ਥਲ ਦਿਖਰਾਏ। ਪਹਾੜਾਂ ਤੋਂ ਥੱਲੇ ਮੈਦਾਨੀ ਇਲਾਕਾ ਹੈ। ਸਾਧ ਸੰਗਤ ਜੀ, ਖਿਜਰਾਬਾਦ ਦਾ ਸ਼ਹਿਰ ਆਉਂਦਾ ਛੋਟਾ ਜਿਹਾ, ਏਦਾਂ ਹੀ ਫਿਰ ਕਪਾਲ ਮੋਚਨ ਆਉਂਦਾ ਹੈ, ਇਸੇ ਤਰ੍ਹਾਂ ਫਿਰ ਸਢੌਰਾ ਹੈ, ਇੱਕ ਪਾਸੇ ਬੂੜੀਆ, ਜਮਨਾ ਨਗਰ, ਜਗਾਦਰੀ ਹੈ। ਇਹ 50-60 ਕਿਲੋਮੀਟਰ ਦੇ ਵਿੱਚ ਪੁਰਾਣੇ ਇਹੀ ਸ਼ਹਿਰ ਆਉਂਦੇ ਪੁਰਾਣੇ। ਉਹਨਾਂ ਵਿੱਚ ਸਤਿਗੁਰੂ ਮਹਾਰਾਜ ਜੀ ਸ਼ਿਕਾਰ ਖੇਡਣ ਤੁਰ ਪਏ ਹਨ। ਇੱਕ ਸਮੇਂ ਆਉਣੀ ਮੈਂ ਕਰ ਡੇਰਾ। ਫਿਰ ਬਰਾਬਰ ਜਿਹੜੀ ਧਰਤੀ ਜਿਹੜੀ ਆ ਗਈ ਨਾ ਪਹਾੜਾਂ ਤੋਂ ਥੱਲੇ, ਉੱਥੇ ਆ ਕੇ ਡੇਰਾ ਕੀਤਾ ਸਤਿਗੁਰੂ ਜੀ ਨੇ। ਵਿਚਰੇ ਕੀਰਤਕ ਦਿਵਸ ਅਖੇਰਾ। ਤੇ ਮਹਾਰਾਜ 5-7 ਦਿਨ ਇੱਧਰ ਹੀ ਰਹੇ, ਵਾਪਸ ਨਹੀਂ ਗਏ ਪੌਂਟੇ ਸਾਹਿਬ। ਉੱਥੇ ਤੰਬੂ ਲਾ ਲਏ। ਹੁਣ ਉੱਥੇ ਗੁਰਦੁਆਰੇ ਬਣੇ ਹੋਏ ਨੇ ਪਿੰਡਾਂ ਵਿੱਚ, ਜਿੱਥੇ ਮਹਾਰਾਜ ਪੜਾਅ ਕਰਦੇ ਰਹੇ। ਤੇ ਉਹ ਸਾਧ ਸੰਗਤ ਜੀ, ਸਤਿਗੁਰੂ ਜੀ ਇੱਕ ਜੇ ਬਰਾਬਰ ਦੀ ਥਾਂ ਵੇਖ ਕੇ ਨਾ ਤੰਬੂ ਲਾ ਲਏ, ਡੇਰਾ ਕਰ ਲਿਆ ਤੇ 5-4 ਦਿਨ ਉੱਥੇ ਹੀ ਸ਼ਿਕਾਰ ਖੇਡਦੇ ਰਹੇ। ਇੱਕ ਕਪਾਲ ਮੋਚਨ ਸ਼ੁਭ ਕਾਲ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਸੇ ਇਲਾਕੇ ਦੇ ਵਿੱਚ ਜਮਨਾ ਨਗਰ ਜਗਾਦਰੀ ਤੋਂ 20 ਕਿਲੋਮੀਟਰ ਪੈਂਦਾ ਹੈ ਤੇ ਪੌਂਟੇ ਸਾਹਿਬ ਤੋਂ ਵੀ ਲਗਭਗ 30-35 ਕਿਲੋਮੀਟਰ ਪੈਂਦਾ ਹੈ। ਇੱਕ ਬੜਾ ਪ੍ਰਾਚੀਨ ਧਰਮ ਸਥਾਨ ਹੈ, ਉਹਦਾ ਨਾਮ ਹੈ ਕਪਾਲ ਮੋਚਨ ਤੀਰਥ। ਇੱਕ ਵਾਰੀ ਬ੍ਰਹਮਾ ਜੀ ਆਪਣੀ ਬੇਟੀ ਦਾ ਰੂਪ ਵੇਖ ਕੇ ਡੋਲ ਗਏ ਸਨ। ਇਹ ਕਥਾ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਆਉਂਦੀ ਹੈ ਤੇ ਹੋਰ ਗ੍ਰੰਥਾਂ ਵਿੱਚ ਵੀ ਆਉਂਦੀ ਹੈ। ਕਰਮ ਕਰ ਕਪਾਲ ਮਫੀ ਟਸਰੀ ਪੰਕਤੀ ਆਉਂਦੀ ਹੈ। ਕਹਿੰਦੇ ਉਹ ਹੋਇਆ ਕਿ ਜਦੋਂ ਸ਼ਿਵ ਜੀ ਮਹਾਰਾਜ ਨੂੰ ਗੁੱਸਾ ਆਇਆ, ਉਹਨਾਂ ਨੇ, ਕਿਉਂਕਿ ਬ੍ਰਹਮਾ ਕਹਿੰਦੇ 4 ਮੂੰਹ ਬਣਾ ਕੇ ਵੇਖਣ ਲੱਗ ਪਿਆ, ਉੱਤਰ, ਦੱਖਣ, ਪੂਰਬ, ਪੱਛਮ। ਜਦੋਂ ਉੱਪਰ ਨੂੰ ਉੱਡ ਪਈ ਸਰਸਤੀ ਤੇ ਉਧਰ ਨੂੰ ਦੇਖਣ ਲੱਗ ਪਿਆ, ਤਾਂ ਕਹਿੰਦੇ ਸ਼ਿਵ ਜੀ ਨੇ ਚਪੇੜ ਮਾਰੀ ਤੇ ਉਹ ਜਿਹੜਾ ਸੀ ਨਾ ਉੱਪਰਲਾ ਸਿਰ, ਉਹਦਾ ਕਪਾਲ ਸੀ, ਖੋਪਰੀ, ਉਹ ਲੈ ਗਈ। ਪਰ ਉਹ ਬ੍ਰਾਹਮਣ ਹੱਤਿਆ ਜਿਹੜੀ ਹੈ ਨਾ, ਉਹਦੇ ਹੱਥ ਨੂੰ ਲੱਗ ਗਈ ਉਹ ਖੋਪੜੀ। ਜਦੋਂ ਖੋਪਰੀ ਹੱਥ ਨੂੰ ਲੱਗ ਗਈ, ਸ਼ਿਵ ਜੀ ਬੜਾ ਜ਼ੋਰ ਲਾਵੇ ਵੀ ਮੇਰੇ ਹੱਥ ਨਾਲ ਲੈ ਜਾਵੇ, ਉਹ ਉਤਰੇ ਹੀ ਨਾ। ਸੋ ਸ਼ਿਵ ਜੀ ਭਗਵਾਨ ਤੁਰਦੇ ਤੁਰਦੇ ਸਾਰੇ ਤੀਰਥਾਂ ਤੇ ਗਏ, ਕਿਉਂਕਿ ਉਹਨਾਂ ਨੇ ਸੁਣਿਆ ਸੀ ਵੀ ਤੀਰਥਾਂ ਤੇ ਜਾ ਕੇ ਪਾਪ ਉਤਰ ਜਾਂਦੇ ਆ। ਉਹਨਾਂ ਨੇ ਗੰਗਾ, ਜਮਨਾ, ਜਿੰਨੇ ਵੀ ਹਿੰਦੁਸਤਾਨ ਦੇ 68 ਤੀਰਥ ਨੇ, ਉੱਥੇ ਜਾ ਕੇ ਇਸ਼ਨਾਨ ਕੀਤਾ, ਪਰ ਉਹ ਖੋਪਰੀ ਹੱਥੋਂ ਉਤਰੀ ਨਹੀਂ। ਇੱਥੇ ਕਪਾਲ ਮੋਚਨ ਦੇ ਲਾਗੇ ਇੱਕ ਪਿੰਡ ਸੀ, ਬ੍ਰਾਹਮਣਾਂ ਦਾ ਘਰ ਸੀਗਾ, ਤੇ ਉੱਥੇ ਰਾਤ ਨੂੰ ਉਹ ਸੁੱਤੇ ਤੇ ਉੱਥੇ ਕਹਿੰਦੇ ਆ ਵੀ ਉਹ ਬ੍ਰਾਹਮਣ ਗੱਲ ਕਰ ਰਿਹਾ ਸੀ ਵੀ ਆ ਲਾਗਲੇ ਪਿੰਡ ਜਿਹੜਾ ਛੱਪੜ ਹੈ, ਇਹਦੇ ਵਿੱਚ ਮੇਰਾ ਬੱਚਾ ਵੜਿਆ ਸੀ, ਕਾਲਾ ਤੇ ਚਿੱਟਾ ਹੋ ਗਿਆ। ਕਹਿੰਦੇ ਗਾਂ ਤੇ ਬੱਚਾ ਆਪਸ 'ਚ ਗੱਲ ਕਰ ਰਹੇ ਸਨ। ਖੈਰ ਚਲੋ ਜੋ ਵੀ ਸੀ, ਉਹ ਸ਼ਿਵ ਜੀ ਨੇ ਸੁਣ ਲਿਆ। ਸ਼ਿਵ ਜੀ ਉੱਥੇ ਆਏ ਤੇ ਉਹਨਾਂ ਨੇ ਉਹਦੇ ਵਿੱਚ ਇਸ਼ਨਾਨ ਕੀਤਾ ਜਾਂ ਆਪਣਾ ਹੱਥ ਪਾਇਆ, ਤੇ ਉੱਥੇ ਜਿਹੜੀ ਉਹ ਕਪਾਲ ਸੀ ਨਾ, ਉਹ ਹੱਥ ਨਾਲੋਂ ਮੋਚਨ ਹੋ ਗਈ। ਮੋਚਨ ਮੈਨੇ ਉਤਰ ਗਈ। ਮੋਚਨ ਦਾ ਮਤਲਬ ਲੈ ਜਾਣਾ। ਕਪਾਲ ਮੈਨੇ ਖੋਪਰੀ, ਜਿਹੜੀ ਉਹ ਖੋਪਰੀ ਹੱਥ ਨੂੰ ਲੱਗੀ ਹੋਈ ਸੀ, ਉੱਥੇ ਉਤਰ ਗਈ। ਇਸ ਕਰਕੇ ਉਸ ਜਗ੍ਹਾ ਦਾ ਨਾਮ ਬਣ ਗਿਆ ਕਪਾਲ ਮੋਚਨ। ਉਹ ਜਿਹੜਾ ਸਥਾਨ ਹੈ, ਉਹਦਾ ਦੂਜਾ ਹੀ ਨਾਲ ਇੱਕ ਹੋਰ ਸਰੋਵਰ ਹੈ, ਉਹਦਾ ਨਾਮ ਹੈ ਰਿਣ ਮੋਚਨ। ਜਦੋਂ ਪਾਂਡਵਾਂ ਨੇ ਜੰਗ ਕੀਤਾ
ਆਪਣੇ ਚਾਚੇ ਤਾਏ ਦੇ ਪੁੱਤਰਾਂ ਨੂੰ ਮਾਰ ਦਿੱਤਾ 100 ਕੌਰਵਾਂ ਨੂੰ, ਆਪਣੇ ਗੁਰੂ ਨੂੰ ਮਾਰਤਾ ਦਰੋਣਾਚਾਰਿਆ ਨੂੰ, ਆਪਣੇ ਦਾਦੇ ਭੀਸ਼ਮ ਪਿਤਾਮਾ ਨੂੰ ਮਾਰਤਾ। ਤੇ ਬਾਅਦ ਵਿੱਚ ਮਨ 'ਚ ਬੜੀ ਗਿਲਾਨੀ ਆਈ ਵੀ ਆਪਣੀ ਕੁੱਲ ਨੂੰ ਅਸੀਂ ਮਾਰ ਦਿੱਤਾ, ਆਪਣੇ ਭਰਾ ਬੰਧੂ ਮਾਰਤੇ ਨੇ, ਬੜਾ ਪਾਪ ਹੈ। ਉਹ ਫਿਰ ਇੱਥੇ ਆ ਕੇ ਪਾਂਡਵਾਂ ਨੇ ਆਪਣੇ ਸ਼ਸਤਰ ਧੋਏ ਸਨ, ਇਸ ਕਰਕੇ ਕਹਿੰਦੇ ਨੇ ਰਿਣ ਲਾਇਆ ਸੀ ਰਿਣ ਮੋਚਨ। ਉਹ ਜਿਹੜਾ ਤੀਰਥ ਹੈ ਨਾ ਕਪਾਲ ਮੋਚਨ ਤੇ ਰਿਣ ਮੋਚਨ, ਉੱਥੇ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਚਰਨ ਪਾਏ, ਉਹਨਾਂ ਦਾ ਗੁਰਦੁਆਰਾ ਵੀ ਹੈ। ਉਹਦੇ ਲਾਗੇ ਹੀ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਜੀ ਆ ਗਏ ਹਨ। ਉੱਥੇ ਕੱਤਕ ਦੀ ਪੂਰਨਮਾਸ਼ੀ ਦਾ ਮੇਲਾ ਲੱਗਦਾ ਹੈ, ਬੜਾ ਵੱਡਾ ਮੇਲਾ। ਸਾਧ ਸੰਗਤ ਜੀ ਹੁਣ ਵੀ ਜਿੱਡਾ ਹੋਲੇ ਮਹੱਲੇ ਦਾ ਮੇਲਾ ਐਡਾ ਵੱਡਾ ਮੇਲਾ ਹੁੰਦਾ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਦਾ। ਪੂਰਾ ਮਾਲਵਾ ਤਾਂ ਟਰੱਕਾਂ ਦੇ ਭਰ ਕੇ ਆਉਂਦਾ, ਬਠਿੰਡੇ ਤੋਂ, ਫਿਰੋਜ਼ਪੁਰ ਤੋਂ, ਫਰੀਦਕੋਟ ਤੋਂ, ਸਾਰਾ ਮਾਲਵਾ ਜਿਹੜਾ ਆਪਣਾ ਉਹਦਾ ਸਾਰੀ ਬੈਠ ਮਾਲਵੇ ਦੀ ਉੱਥੇ ਇਕੱਠੀ ਹੁੰਦੀ ਹੈ। ਤੇ ਬਾਕੀ ਵੀ ਲੋਕ ਦੂਜੇ ਪਾਸਿਓਂ ਦੂਰੋਂ ਚੱਲ ਕੇ ਪਹਾੜਾਂ ਵਾਲੇ ਵੀ ਆਉਂਦੇ ਨੇ, ਯੂਪੀ ਵਾਲੇ ਵੀ ਆਉਂਦੇ ਨੇ, ਹਰਿਆਣੇ ਵਾਲੇ ਵੀ ਆਉਂਦੇ ਨੇ। ਬਹੁਤ ਵੱਡਾ ਮੇਲਾ ਲੱਗਦਾ। 10ਵੇਂ ਪਾਤਸ਼ਾਹ ਦਾ ਤੇ ਗੁਰੂ ਨਾਨਕ ਦੇਵ ਜੀ ਦਾ ਗੁਰਦੁਆਰਾ ਬਿਲਕੁਲ ਨਾਲ ਹੈ ਤੇ ਤੰਬੂ ਸਾਹਿਬ ਗੁਰਦੁਆਰਾ ਹੈ, ਮਹਾਰਾਜ ਜਿੱਥੇ ਤੰਬੂ ਲਾਏ ਸਨ। ਤੇ ਨਾਲ ਹੀ ਉਹ ਜਿਹੜਾ ਤੀਰਥ ਸ਼ਿਵ ਜੀ ਭਗਵਾਨ ਦਾ ਹੈ ਤੇ ਨਾਲ ਹੀ ਪਾਂਡਵਾਂ ਵਾਲਾ ਹੈ, ਇਕੱਠੇ ਹੀ ਹਨ। ਤੇ ਮੇਲਾ ਮੀਲਾਂ ਵਿੱਚ ਹੁੰਦਾ, ਕਈ ਮੀਲ ਵਿੱਚ ਉੱਥੇ ਤੁਹਾਨੂੰ ਥਾਂ ਨਹੀਂ ਲੱਭਦੀ, ਐਡਾ ਵੱਡਾ ਮੇਲਾ ਹੁੰਦਾ। 10 ਲੱਖ ਤੋਂ ਉੱਤੇ ਲੋਕ ਇਕੱਠੇ ਹੁੰਦੇ ਨੇ, ਬੜੇ ਰਾਗੀ ਢਾਡੀ ਗੁਣੀ ਗਿਆਨੀ ਕਵੀਸ਼ਰ ਖਾੜੇ ਲਾਉਂਦੇ ਨੇ, ਆਪਣੇ ਤਰੀਕਿਆਂ ਨਾਲ ਪ੍ਰਚਾਰ। ਸਨਾਤਨ ਧਰਮ ਵਾਲੇ, ਹਿੰਦੂ ਧਰਮ ਵਾਲੇ ਆਪਣੇ ਤਰੀਕੇ ਨਾਲ ਕਰਦੇ ਆ, ਖਾਲਸੇ ਪੰਥ ਦੇ ਜਿਵੇਂ ਆਪਣੇ ਰਾਗੀ ਢਾਡੀ ਉਹ ਵੀ ਪ੍ਰਚਾਰ ਕਰਦੇ ਆ। ਉੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੇਲੇ ਦੇ ਉੱਤੇ ਆ ਪਹੁੰਚੇ ਨੇ। ਪੰਚਮੀ ਨੂੰ ਪੌਂਟੇ ਸਾਹਿਬ ਤੋਂ ਤੁਰੇ ਸੀ ਤੇ ਪੂਰਨਮਾਸ਼ੀ ਆ ਗਈ, 10 ਦਿਨਾਂ 'ਚ ਇੱਥੇ ਪਹੁੰਚ ਗਏ ਨੇ। ਮਹਾਰਾਜ ਨੇ ਸੁਣਿਆ ਹੋਇਆ ਸੀ ਵੀ ਇਹ ਪੁਰਾਤਨ ਤੀਰਥ ਹੈ, ਸ਼ਿਵ ਜੀ ਭਗਵਾਨ ਦਾ ਤੀਰਥ ਹੈ ਤੇ ਮਹਾਰਾਜ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ ਗੁਰਦੁਆਰਾ ਹੈ। ਕਲਗੀਧਰ ਪਾਤਸ਼ਾਹ ਆਪਣੇ ਸਾਥੀਆਂ ਨੂੰ, ਆਪਣੇ ਯੋਧਿਆਂ ਨੂੰ, ਆਪਣੀ ਸੰਗਤ ਨੂੰ ਕਹਿਣ ਲੱਗੇ, ਮਾਮਾ ਕਿਰਪਾਲ ਚੰਦ ਜੀ ਤੇ ਭਾਈ ਸੰਗੋ ਸ਼ਾਹ ਜੀ, ਦੀਵਾਨ ਨੰਦ ਚੰਦ ਜੀ, ਪੰਡਿਤ ਦਇਆ ਰਾਮ ਜੀ, ਸਾਰਿਆਂ ਨੂੰ ਮਹਾਰਾਜ ਕਹਿੰਦੇ ਚਲੋ ਵੀ ਚੱਲੀਏ। ਐਤਕੀ ਆਪਾਂ ਜਿਹੜਾ ਪੂਰਨਮਾਸ਼ੀ ਦਾ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ, ਕਪਾਲ ਮੋਚਨ ਚੱਲ ਕੇ ਮਨਾਈਏ ਤੇ ਨਾਲੇ ਸ਼ਿਕਾਰ ਖੇਡਾਂਗੇ ਉਸ ਇਲਾਕੇ ਵਿੱਚ ਤੇ ਨਾਲੇ ਉੱਥੇ ਮੇਲਾ ਮਨਾਵਾਂਗੇ ਤੇ ਵਾਪਸ ਆਪਾਂ ਪੌਂਟਾ ਸਾਹਿਬ ਉਸ ਤੋਂ ਬਾਅਦ ਆਵਾਂਗੇ। ਏਦਾਂ ਕਹਿ ਕੇ 10ਵੇਂ ਪਾਤਸ਼ਾਹ ਜੀ ਮਹਾਰਾਜ ਨੇ ਉੱਥੋਂ ਜੰਗਲ ਵਿੱਚੋਂ ਚਾਲੇ ਪਾ ਦਿੱਤੇ, ਤਿਆਰੀ ਕਰਵਾ ਲਈ। ਸਾਰੀ ਫੌਜ ਗੁਰੂ ਦੀ ਸ਼ਸਤਰਧਾਰੀ ਯੋਧੇ ਸੂਰਮੇ ਨਾਲ ਚੜ ਪਏ। ਬੜਾ ਵੱਡਾ ਰਣਜੀਤ ਨਗਾਰਾ ਵੱਜਦਾ ਹੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਧੌਂਸੇ ਧੁੰਘਾਰਦੇ ਹਨ ਤੇ ਮਹਾਰਾਜ ਜੀ ਪੌਂਟਾ ਸਾਹਿਬ ਵਾਲੇ ਪਾਸਿਓਂ ਸਾਰੇ ਪਾਸਿਓਂ ਘੁਮਾਉਂਦੇ ਹੋਏ ਇੱਥੇ ਕਪਾਲ ਮੋਚਨ ਆ ਗਏ। ਇੱਥੇ ਸਤਿਗੁਰੂ ਜੀ ਨੇ ਤੰਬੂ ਸ਼ਮਿਆਨੇ ਲਵਾ ਦਿੱਤੇ, ਕਿਉਂਕਿ ਉਹਨਾਂ ਦਿਨਾਂ 'ਚ ਅੱਜ ਵੀ ਉੱਥੇ ਮੇਲਾ ਲੱਗਦਾ, ਬਿਲਡਿੰਗਾਂ ਬਹੁਤ ਘੱਟ ਨੇ, ਜ਼ਿਆਦਾਤਰ ਤੰਬੂਆਂ ਕਨਾਤਾਂ 'ਚ ਹੀ ਲੋਕ ਸਮਾਂ ਗੁਜ਼ਾਰਦੇ ਨੇ। ਤਾਂ ਤੰਬੂ ਲੱਗ ਗਏ, ਮਹਾਰਾਜ ਦੇ ਸ਼ਮਿਆਨੇ ਲੱਗ ਗਏ। ਅੱਜ ਕੱਲ੍ਹ ਉੱਥੇ ਗੁਰਦੁਆਰਾ ਤੰਬੂ ਸਾਹਿਬ ਹੈ ਜਿੱਥੇ ਸਤਿਗੁਰਾਂ ਨੇ ਤੰਬੂ ਲਵਾਏ ਸਨ। ਔਰ ਸਾਰਿਆਂ ਨੇ ਸੁਣਿਆ ਵੀ ਮਹਾਰਾਜ 10ਵੇਂ ਪਾਤਸ਼ਾਹ ਜੀ ਆਏ ਨੇ। ਜਿਹੜੀ ਦੁਨੀਆ ਮੇਲਾ ਵੇਖਣ ਆਈ ਹੋਈ ਸੀ ਉਹਨਾਂ ਨੂੰ ਵੀ ਪਤਾ ਲੱਗਾ, ਉਹ ਸੰਗਤਾਂ ਵੀ ਖੁਸ਼ ਹੋਈਆਂ ਵੀ ਕਲਗੀਧਰ ਜੀ ਦੇ ਦਰਸ਼ਨ ਕਰਾਂਗੇ। ਹਜ਼ਾਰਾਂ ਸਿੱਖ ਸੰਗਤਾਂ ਆ ਕੇ ਮਹਾਰਾਜ ਦੇ ਚਰਨ ਪਰਸਣ ਲੱਗੀਆਂ। ਮੇਲੇ ਤੇ ਜਿਹੜਾ ਵੀ ਆਇਆ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨੋਕਾਮਨਾ ਪੂਰੀ ਹੋਈ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਤੇਨਾ। ਸਾਰੀਆਂ ਇੱਛਾ ਪੂਰੀਆਂ ਕਰਤੀਆਂ ਲੋਕਾਂ ਦੀਆਂ। ਕੱਤਕ ਦੀ ਪੂਰਨਮਾਸ਼ੀ ਨੇੜੇ ਆ ਰਹੀ ਸੀ, 2 ਦਿਨ ਪਹਿਲਾਂ ਹੀ ਗੁਰੂ ਸਾਹਿਬ ਉੱਥੇ ਪਹੁੰਚ ਗਏ। ਬੜਾ ਭਾਰੀ ਮੇਲਾ ਇਕੱਠਾ ਹੋਇਆ, ਲੱਖਾਂ ਦੇ ਹਿਸਾਬ ਨਾਲ ਲੋਕ ਹੁਣ ਵੀ ਆਉਂਦੇ ਨੇ, ਉਦੋਂ ਵੀ ਆਉਂਦੇ ਸਨ। ਗੱਡਿਆਂ ਰੇੜਿਆਂ ਤੇ
ਘੋੜਿਆਂ ਤੇ ਪੈਦਲ ਚੱਲ ਚੱਲ ਕੇ ਲੋਕ ਕੱਤਕ ਦੀ ਪੂਰਨਮਾਸ਼ੀ ਦਾ ਮੇਲਾ ਕਪਾਲ ਮੋਚਨ ਮਨਾਉਂਦੇ ਸਨ। ਸਦਾ ਮਸੰਦਨ ਸਤਿਗੁਰ ਪਾਸ ਉਸ ਵੇਲੇ ਮਸੰਦਾ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ। ਹਾਥ ਜੋੜ ਕੇ ਨਸੇ ਅਰਦਾਸ ਗੁਰੂ ਦੇ ਮੁਖੀ ਜਿਹੜੇ ਸਨ, ਗੁਰੂ ਘਰ ਦੇ ਮੈਨੇਜਮੈਂਟ ਕਰਨ ਵਾਲੇ ਮਸੰਦ ਪ੍ਰਬੰਧਕ, ਉਹ ਕਲਗੀਧਰ ਨੂੰ ਹੱਥ ਜੋੜ ਕੇ ਕਹਿੰਦੇ ਹਨ, ਮਹਾਰਾਜ ਹਮ ਬਹੁਪਰ ਫਿਰੇ ਹੇ ਮਹਾਰਾਜ, ਅਸੀਂ ਬੜੇ ਪੈਰ ਪਿੰਡਾਂ 'ਚ ਫਿਰੇ ਆ, ਬੜੇ ਸ਼ਹਿਰਾਂ 'ਚ ਫਿਰੇ ਆ, ਸਾਨੂੰ ਸਰੋਪੇ ਨਹੀਂ ਮਿਲੇ। ਮਹਾਰਾਜ ਸਰੋਪੇ ਚਾਹੀਦੇ ਨੇ, ਤੇ ਸਰੋਪੇ ਕਿੱਥੋਂ ਲਿਆਈਏ? ਪਗੀਆ ਥੋੜੇ ਲਿਆਵਣ ਕਰੇ ਬੜੀ ਮੁਸ਼ਕਲ ਨਾਲ ਪੈਸੇ ਖਰਚ ਕੇ ਸਾਨੂੰ 200 ਪੱਗ ਮਿਲੀ ਹੈ, ਤੇ ਪੱਗਾਂ ਤੇ ਮਹਾਰਾਜ ਸਰਦਿਆਂ ਨਹੀਂ ਕੰਮ ਆਪਣਾ। ਖਰਚ 1000 ਪਾਗ ਕੋ ਅਬੈ ਸਾਨੂੰ 1000 ਪੱਗ ਚਾਹੀਦੀ ਹੈ, ਤੇ ਮਹਾਰਾਜ ਸਾਡੇ ਕੋਲ ਮਸੀਂ 200 ਪੱਗ ਹੈ। ਕਰੇ ਉਪਾਉ ਨਾ ਪ੍ਰਾਪਤ ਸਬੈ ਤੇ ਬੜਾ ਉਪਾਅ ਕਰਕੇ ਮਹਾਰਾਜ ਕੱਪੜਾ ਨਹੀਂ ਮਿਲ ਰਿਹਾ, ਪੱਗਾਂ ਵਾਸਤੇ ਕੱਪੜਾ ਨਹੀਂ ਮਿਲ ਰਿਹਾ, ਦਸਤਾਰਾਂ ਨਹੀਂ ਮਿਲ ਰਹੀਆਂ, ਸਰੋਪੇ ਕਿੱਥੋਂ ਦੇਾਂਗੇ? ਹੁਕਮ ਆਪ ਕੋ ਹੋਏ ਸੋ ਕਰੀਏ ਹੈ ਹੁਣ ਸਾਨੂੰ ਹੁਕਮ ਕਰੋ, ਕੀ ਕਰੀਏ? ਕਿਉਂਕਿ ਪੈਸੇ ਤਾਂ ਤੁਸੀਂ ਸਾਨੂੰ ਦੇਤੇ, ਅਸੀਂ ਲੈਣ ਵੀ ਗਏ, ਪਰ ਅੱਗੋਂ ਹੁਣ ਮੰਡੀ 'ਚ ਕੱਪੜਾ ਹੋਵੇਗਾ ਤੇ ਮਿਲੇਗਾ ਨਾ। ਹੁਣ ਦੱਸੋ ਮਹਾਰਾਜ ਕੀ ਕਰੀਏ? ਕਿਤੇ ਆਨੇ ਨਹੀਂ ਨਿਹਰੀਏ ਹੈ ਮਹਾਰਾਜ ਦਿਸਦੀ ਨਹੀਂ ਕਿਤੇ, ਕੋਈ ਪਤਾ ਹੀ ਨਹੀਂ ਲੱਗ ਰਿਹਾ ਵੀ ਕੱਪੜਾ ਕਿੱਥੋਂ ਮਿਲਣਾ। ਨੇੜੇ ਨੇੜੇ ਸਾਰੇ ਸ਼ਹਿਰ ਫਿਰ ਲਏ ਆ, ਬੂੜੀਆਂ, ਸਢੌਰਾ, ਜਗਾਦਰੀ ਵਗੈਰਾ, ਕਿਤੋਂ ਵੀ ਗੁਰੂ ਸਾਹਿਬ ਜੀ ਕੱਪੜੇ ਦਾ ਨਹੀਂ ਸਾਨੂੰ ਪ੍ਰਾਪਤੀ ਹੋਈ। ਸਭ ਸਤਿਗੁਰ ਤ੍ਰਿਤ ਵਿਚਾਰਾ ਤਾਂ ਕਲਗੀਧਰ ਪਾਤਸ਼ਾਹ ਨੇ ਇੱਕ ਕੌਤਕ ਕੀਤਾ, ਇੱਕ ਲੀਲਾ ਕੀਤੀ। ਉਹ ਲੀਲਾ ਬੜੇ ਕਮਾਲ ਦੀ ਸੀ। ਬਲ ਤੇ ਸੀਨੇ ਕਰੇ ਪੁਕਾਰਾ ਮਹਾਰਾਜ ਸੋਚਦੇ ਆ ਵੀ ਆ ਜਿੰਨੇ ਮੇਲੇ ਤੇ ਆਏ ਹੋਏ ਨੇ ਲੋਕ, ਇਹ ਆਏ ਤਾਂ ਪੁੰਨ ਖੱਟਣ ਨੇ, ਆਖੋ ਸਤਨਾਮ ਸ੍ਰੀ ਵਾਹਿਗੁਰੂ, ਪਰ ਖੱਟ ਕੇ ਜਾਂਦੇ ਨੇ ਪਾਪ। ਕਿਵੇਂ? ਮਹਾਰਾਜ ਸ਼ਿਵ ਜੀ ਭਗਵਾਨ ਦਾ ਸਰੋਵਰ ਹੈ, ਉਹਦੇ 'ਚ ਨਹਾ ਕੇ ਉਹਦੇ ਕੰਢੇ ਹੀ ਜੰਗਲ ਪਾਣੀ ਬਹਿ ਜਾਂਦੇ ਨੇ, ਉੱਥੇ ਹੀ ਪਿਸ਼ਾਬ ਕਰ ਦਿੰਦੇ ਨੇ, ਉਹੀ ਗੰਦੇ ਹੱਥ ਸਰੋਵਰ 'ਚ ਧੋ ਦਿੰਦੇ ਨੇ। ਇਹਨਾਂ ਦੀ ਬੁੱਧੀ, ਇਹ ਤਾਂ ਹੌਲੇ ਹੌਲੇ ਲੋਕਾਂ ਨੂੰ ਸਮਝਾਇਆ ਹੀ ਸਮਝ ਆਉਂਦੀ ਸਾਧ ਸੰਗਤ ਜੀ। ਆਮ ਲੋਕਾਂ ਨੂੰ ਨਹੀਂ ਪਤਾ ਹੁੰਦਾ ਵੀ ਮੰਦਿਰ ਗੁਰਦੁਆਰੇ ਕਿਵੇਂ ਜਾਣਾ, ਤੇ ਆਉਂਦੇ ਤਾਂ ਹੈ ਪੁੰਨ ਖੱਟਣ, ਪਰ ਕਰਕੇ ਜਾਂਦੇ ਨੇ ਪਾਪ। ਵੀ ਜਿਹੜੇ ਸਰੋਵਰ ਪਵਿੱਤਰ ਤੀਰਥ ਹੁੰਦੇ ਨੇ, ਉਹਨਾਂ 'ਚ ਗੰਦੇ ਹੱਥ ਥੋੜਾ ਧੋਈਦੇ ਨੇ ਜੰਗਲ ਪਾਣੀ ਵਾਲੇ, ਇਹ ਉੱਥੇ ਧੋਂਦੇ ਨੇ, ਇਹ ਪਿਸ਼ਾਬ ਉੱਥੇ ਨਾਲ ਬਹਿ ਜਾਂਦੇ ਨੇ, ਗੰਦ ਪਾ ਦਿੰਦੇ ਨੇ ਸਰੋਵਰ ਦੇ ਕੰਢੇ ਤੇ। ਇਹਨਾਂ ਨੂੰ ਨਾਲੇ ਤੇ ਸੁਧਾਰ ਦਈਏ, ਤੇ ਨਾਲੇ ਇਹਨਾਂ ਨੂੰ ਅੱਗੇ ਨੂੰ ਅਕਲ ਆ ਜਾਏਗੀ, ਇੱਥੇ ਪ੍ਰਬੰਧ ਠੀਕ ਹੋ ਜਾਏਗਾ। ਤੇ ਜੇ ਪੱਗਾਂ ਕਿਸੇ ਕੋਲੋਂ ਬਾਲਾਂ ਨਾਲ ਖੋਵਾਂਗੇ ਨਾ, ਤੇ ਇਹ ਫਿਰ ਕਹਿਣਗੇ ਵੀ ਗੁਰੂ ਨੇ ਸਾਡੀਆਂ ਪੱਗਾਂ ਲਾ ਲਈਆਂ। ਹਾਂਜੀ, ਭਾਗਿਆ ਜਾਏ ਮੇਲਾ ਡਰ ਪਾਵੇ ਇਹ ਦੌੜ ਜਾਣਗੇ, ਮੇਲੇ ਤੋਂ ਡਰ ਪੈ ਜਾਏਗਾ, ਸਾਡੀ ਨਿੰਦਾ ਕਰਨਗੇ, ਬਦਨਾਮੀ ਕਰਨਗੇ ਵੀ ਗੁਰੂ ਨੇ ਆ ਕੇ ਸਾਡੀਆਂ ਪੱਗਾਂ ਲਾ ਲਈਆਂ। ਵਿਗੜੇ ਜੰਗ ਕਰਨ ਬਨ ਆਵੇ ਜੇ ਵਿਗੜ ਗਏ ਲੜਾਈ ਵੀ ਹੋ ਸਕਦੀ ਹੈ, ਜੰਗ ਵੀ ਬਿਨਾਂ ਮਤਲਬ ਦੇ ਲੜਾਈ ਨਹੀਂ ਕਰੀਦੀ ਹੁੰਦੀ। ਮਹਾਰਾਜ ਕਹਿੰਦੇ ਹਨ, ਤਉ ਨਾ ਸਰ ਹੈ ਕਾਰਜ ਕੋ ਫਿਰ ਲੜਾਈ ਕਰਕੇ ਕੰਮ ਕਿਹੜਾ ਸੁਧਰ ਜਾਣਾ? ਕੋਈ ਫਾਇਦਾ ਨਹੀਂ ਹੋਣਾ ਲੜਾਈ ਦਾ। ਕਰੈ ਸੋਏ ਮਸੁਖ ਤੇ ਦਹੋ ਕਹਿੰਦੇ ਇਹੋ ਜਿਹਾ ਕੰਮ ਕਰੀਏ ਵੀ ਸਾਡਾ ਕੰਮ ਵੀ ਹੋ ਜਾਵੇ ਤੇ ਇਹਨਾਂ ਦਾ ਵੀ ਭਲਾ ਹੋ ਜਾਵੇ। ਮਹਾਰਾਜ ਨੇ ਆਪਣੀ ਫੌਜ ਨੂੰ ਬੁਲਾ ਲਿਆ, ਆਪਣੀ ਫੌਜ ਦੇ ਸਿਪਾਹੀਆਂ ਨੂੰ ਹੁਕਮ ਦਿੱਤਾ। ਮਹਾਰਾਜ ਕਹਿੰਦੇ ਸ਼ਸਤਰ ਧਾਰੀ ਹੋ ਕੇ ਤਿਆਰ ਹੋ ਕੇ ਨਾ ਮੇਲੇ 'ਚ ਫਿਰੋ, ਮੇਲੇ 'ਚ ਘੁੰਮੋ, ਧਿਆਨ ਰੱਖੋ ਮੇਲੇ, ਜਿਵੇਂ ਪੁਲਿਸ ਵਾਲੇ ਨਿਗਾਹ ਰੱਖਦੇ ਨਾ ਮੇਲੇ 'ਚ। ਹੁਣ ਗੁਰੂ ਦੀ ਫੌਜ ਆ ਗਈ ਹੈ, ਤੁਸੀਂ ਘੋੜਿਆਂ ਤੇ ਵੀ ਜਾਓ, ਪੈਦਲ ਜਾਓ, ਇੱਧਰ ਉੱਧਰ ਸਾਰੇ ਆਲੇ ਦੁਆਲੇ ਨਿਗਾਹ ਰੱਖੋ। ਜਿਹੜਾ ਬੰਦਾ ਪਵਿੱਤਰ ਸਰੋਵਰ ਦੀ ਬੇਅਦਬੀ ਕਰੇ, ਸਰੋਵਰ ਦੇ ਉੱਤੇ ਆ ਕੇ ਪਿਸ਼ਾਬ ਕਰੇ, ਜੰਗਲ ਪਾਣੀ ਫਿਰ ਕੇ ਹੱਥ ਧੋਵੇ, ਉਹਨੂੰ ਫੜ ਲਵੋ। ਪਿਸ਼ਾਬ ਕਰਦਾ ਵੇਖ ਲਓ, ਜੰਗਲ ਪਾਣੀ ਫਿਰਦਾ ਵੇਖ ਲਓ, ਨੇੜੇ ਕਿਤੇ ਜਿਹੜਾ ਵੀ ਸਰੋਵਰ ਦੇ ਨੇੜੇ ਕੇ, ਬਾਹਰ ਤਾਂ ਚਲੋ ਹੁਣ ਜਾਣਾ ਹੀ ਹੈ ਨਾ ਲੋਕਾਂ ਨੇ, ਜਿਹੜਾ ਦੂਰ ਜਾਂਦਾ ਉਹਨੂੰ ਨਹੀਂ ਕੁਝ ਕਹਿਣਾ। ਜਿਹੜਾ ਸਰੋਵਰ ਦੇ ਨੇੜੇ ਆ ਕੇ ਗਲਤ ਕੰਮ ਕਰੇ, ਪਿਸ਼ਾਬ ਕਰੇ, ਜੰਗਲ ਪਾਣੀ ਫਿਰੇ, ਉਹਦੇ ਜੰਗਲ ਪਾਣੀ ਵਾਲੇ ਹੱਥ ਸਰੋਵਰ 'ਚ ਧੋਵੇ ਆ ਕੇ, ਮਹਾਰਾਜ ਕਹਿੰਦੇ ਉਹਦੀ ਪੱਗ ਲਾ ਲਓ।
ਉਹਦੇ ਨਾਲੇ ਉਹਨੂੰ ਥੋੜਾ ਜਿਹਾ ਘੂਰ ਦਿਓ ਤੇ ਪੱਗ ਲਾ ਲਓ। ਮਾਰਨਾ ਨਹੀਂ, ਮਾਰੇ ਕਹਿੰਦੇ ਮਾਰਨਾ ਨਹੀਂ ਕਿਸੇ ਨੂੰ, ਬਸ ਉਹਦੀ ਪੱਗ ਲਾ ਲੈਣੀ ਤਾਂ ਝਿੜਕ ਦੇਣਾ ਹੈ। ਨਹਿ ਮਾਰੋ ਤੇ ਜੈ ਬਹੁ ਗਾਏ। ਕਹਿੰਦੇ ਮਾਰਨਾ ਨਹੀਂ, ਬਸ ਝਿੜਕਣਾ ਹੀ ਹੈ, ਦਬਕਾ ਹੀ ਮਾਰਨਾ, ਕੁੱਟਣਾ ਮਾਰਨਾ ਨਹੀਂ। ਕੁੱਟ ਮਾਰ ਕੇ ਤਾਂ ਐਵੇਂ ਕਿਸੇ ਵਿਚਾਰੇ ਨੂੰ ਸੱਟ ਲੱਗ ਜਾਵੇਗੀ, ਕਿਸੇ ਦਾ ਮਨ ਦੁਖੀ, ਬਸ ਥੋੜੀ ਜਿਹੀ ਝਿੜਕ ਪੈ ਜਾਏਗੀ, ਨਾਲੇ ਇਹਨਾਂ ਨੂੰ ਅਕਲ ਆ ਜਾਏਗੀ ਵੀ ਸਰੋਵਰ ਦੇ ਉੱਤੇ ਗੰਦੇ ਹੱਥ ਨਹੀਂ ਧੋਈਦੇ ਹੁੰਦੇ, ਤੇ ਨਾਲੇ ਜਿਹੜੇ ਸਰੋਪਿਆਂ ਦਾ ਕੰਮ ਆਪਣਾ ਉਹ ਵੀ ਸਰ ਜਾਏਗਾ। ਮਹਾਰਾਜ ਕਹਿੰਦੇ ਸਰੋਵਰ ਦੇ ਆਲੇ ਦੁਆਲੇ ਫਿਰੋ ਤਗੜੇ ਹੋ ਕੇ, ਸ਼ਸਤਰਧਾਰੀ ਹੋ ਕੇ। ਜਿਹੜਾ ਬੇਅਦਬੀ ਕਰੇ ਉਹਨੂੰ ਫਲ ਦਿਓ। ਇਹ ਸਰੋਵਰ ਦੀ ਬੇਅਦਬੀ ਰੁਕਵਾਣੀ ਹੈ। ਇਹ ਬਾਰ-ਬਾਰ ਆਉਂਦੇ ਨੇ, ਹਰ ਸਾਲ ਆਉਂਦੇ ਨੇ। ਐਤਕੀ ਇਹਨਾਂ ਨੂੰ ਥੋੜਾ ਜਿਹਾ ਸਮਝਾ ਦਿਆਂਗੇ, ਹਰ ਸਾਲ ਬੜੀ ਸ਼ਰਧਾ ਨਾਲ ਆਉਣਗੇ, ਚੰਗੀ ਤਰ੍ਹਾਂ ਰਹਿਣਗੇ, ਸਫਾਈ ਰੱਖਣਗੇ। ਹੁਣ ਉੱਥੇ ਹੀ ਮਹਾਂਪੁਰਸ਼ ਆਉਂਦੇ ਨਹਾਉਣ ਵਾਸਤੇ, ਉੱਥੇ ਹੀ ਆਮ ਸੰਗਤ ਆਉਂਦੀ ਨਹਾਉਣ ਵਾਸਤੇ, ਤੇ ਉੱਥੇ ਇਸ਼ਨਾਨ ਕਰਦਿਆਂ ਕੋਈ ਗੰਦੇ ਹੱਥ ਵਿੱਚ ਧੋ ਗਿਆ ਹੋਵੇ ਤੇ ਕਿੱਡਾ ਪਾਪ ਹੈ। ਇਹ ਮਹਾਰਾਜ ਕਹਿੰਦੇ ਰੁਕਵਾਣਾ ਹੈ। ਮਹਾਰਾਜ ਦਾ ਬਚਨ ਹੁਕਮ ਹੁੰਦਿਆਂ ਫਟਾਫਟ ਜੋਧੇ ਸ਼ਸਤਰਧਾਰੀ ਹੋ ਕੇ ਤੁਰ ਪਏ। ਢਾਲਾਂ ਤਲਵਾਰਾਂ ਬਰਛੇ ਫੜੇ ਹੋਏ, ਬੰਦੂਕਾਂ ਗਾਤਰੇ ਪਾਈਆਂ ਹੋਈਆਂ, ਕੋਈ ਘੋੜਿਆਂ ਦੇ, ਕੋਈ ਪੈਦਲ ਮੇਲੇ 'ਚ ਫਿਰਨ ਲੱਗੇ। ਜਿਹੜਾ ਸਰੋਵਰ ਦੇ ਨੇੜੇ, ਸਰੋਵਰ ਦੇ ਕੰਢੇ ਤੇ ਪਿਸ਼ਾਬ ਕਰਦਾ ਮਿਲ ਜਾਵੇ, ਉਹਦੇ ਤੇ ਨਿਗਾਹ ਰੱਖਦੇ ਹਨ। ਫੌਜ ਫਿਰਦੀ ਹੈ ਸਾਰੇ ਪਾਸੇ। ਜਿਹੜਾ ਵੀ ਇਹੋ ਜਿਹੀ ਗਲਤੀ ਕਰੇ ਉਹਦੀ ਫਟਾਫਟ ਪੱਗ ਲਾ ਲੈਂਦੇ ਨੇ, ਉਹਨੂੰ ਸਮਝਾਉਂਦੇ ਨੇ, ਮੂਰਖਾ ਇੱਥੇ ਤੂੰ ਤੀਰਥ ਤੇ ਪੁੰਨ ਕਰਨਾ ਹੈ ਕਿ ਪਾਪ ਕਰਨਾ ਹੈ? ਤੈਨੂੰ ਪਤਾ ਨਹੀਂ ਤੀਰਥਾਂ ਦੀ ਬੇਅਦਬੀ ਨਹੀਂ ਕਰੀਦੀ ਹੁੰਦੀ, ਇਹਨਾਂ ਦਾ ਸਤਿਕਾਰ ਕਰੀਦਾ, ਤੀਰਥਾਂ ਦੀ ਇੱਜ਼ਤ ਕਰੀਦੀ ਹੈ। ਹਾਂ, ਸਿਪਾਹੀ ਕਹਿੰਦੇ ਨੇ ਗੁਰੂ ਦੇ, ਓਏ ਮੂਰਖੋ, ਪਾਪ ਕਰਨ ਆਏ ਹੋ, ਇੱਥੇ ਗੰਦ ਪਾਣ ਆਏ ਹੋ ਤੁਸੀਂ, ਇੱਥੇ ਪਿਸ਼ਾਬ ਥੋੜਾ ਕਰੀਦਾ ਹੁੰਦਾ, ਇੱਥੇ ਜੰਗਲ ਪਾਣੀ ਵਾਲੇ ਹੱਥ ਥੋੜਾ ਧੋਈਦੇ ਹੁੰਦੇ, ਤੁਹਾਨੂੰ ਕਿਸੇ ਨੇ ਦੱਸਿਆ ਨਹੀਂ। ਥੋੜਾ ਝਿੜਕ ਦਿੰਦੇ ਨੇ, ਨਾਲੇ ਪੱਗ ਲਾ ਲੈਂਦੇ ਨੇ। ਹਾਂ, ਕਹਿੰਦੇ ਜਿਹੜੇ ਤੁਸੀਂ ਇਸ਼ਨਾਨ ਕਰਨ ਆਏ ਹੋ, ਪੁੰਨ ਖੱਟਣ ਆਏ ਹੋ, ਪਰ ਤੁਸੀਂ ਤੇ ਗੰਦੇ ਹੱਥ ਧੋ ਕੇ ਜਾਂ ਇੱਥੇ ਪਿਸ਼ਾਬ ਜੰਗਲ ਪਾਣੀ ਫਿਰ ਕੇ ਆਪਣੇ ਪੁੰਨ ਪਿਛਲੇ ਵੀ ਗਵਾ ਕੇ ਜਾ ਰਹੇ ਹੋ। ਹੁਣ ਜਿਹਨੂੰ ਇਹ ਝਿੜਕ ਪੈਂਦੀ ਹੈ, ਆਪਣੀ ਗਲਤੀ ਦਾ ਵੀ ਅਹਿਸਾਸ ਹੁੰਦਾ ਵੀ ਮੇਰੀ ਗਲਤੀ ਹੈ। ਇੱਕ ਸਿੰਘਾਂ ਦੇ ਹੱਥ ਵਿੱਚ ਫੜਿਆ ਡੰਡਾ ਵੀ ਨਜ਼ਰ ਆਉਂਦਾ ਤੇ ਉਹ ਫਿਰ ਅੱਗੋਂ ਕੁਸਕਦੇ ਨਹੀਂ, ਚੁੱਪ ਕਰਕੇ ਆਪਣੇ ਪੱਲਾ ਝਾੜ ਕੇ ਤੁਰ ਜਾਂਦੇ ਨੇ। ਸ਼ਰਮਿੰਦੇ ਜੇ ਹੋ ਕੇ ਨਾ ਅੱਖਾਂ ਦੀਆਂ ਨੀਵੀਆਂ ਕਰਕੇ ਇੱਧਰ ਉੱਧਰ ਖਿਸਕ ਜਾਂਦੇ ਨੇ, ਤੇ ਅੱਗੇ ਨੂੰ ਫਿਰ ਉਹ ਇਹ ਗਲਤੀ ਨਹੀਂ ਕਰਾਂਗੇ, ਆਪਣੇ ਮਨ 'ਚ ਪੱਕਾ ਫੈਸਲਾ ਕਰ ਲੈਂਦੇ ਨੇ। ਤੇ ਹੁਣ ਸਾਰੇ ਕਹਿੰਦੇ ਨੇ, ਠੀਕ ਹੀ ਕਹਿੰਦੇ ਨੇ, ਗਲਤੀ ਹੈ, ਸਾਨੂੰ ਇੱਥੇ ਪਿਸ਼ਾਬ ਨਹੀਂ ਕਰਨਾ ਚਾਹੀਦਾ। ਇਹ ਨਹੀਂ ਕਹਿੰਦੇ ਵੀ ਸਾਡੀ ਪੱਗ ਲਾਈ ਹੈ, ਬਲਕਿ ਕਹਿੰਦੇ ਚੰਗਾ ਹੀ ਹੈ, ਸਾਨੂੰ ਅਕਲ ਆ ਗਈ ਹੈ। ਕਹਿੰਦੇ ਹਾਂਜੀ, ਪੱਗਾਂ ਲੁਹਾ ਕੇ ਕੋ ਬੋਲਦੇ ਨਹੀਂ, ਕੁਸਕਦੇ ਨਹੀਂ। ਏਦਾਂ ਯੋਧਿਆਂ ਨੇ, ਸੂਰਮਿਆਂ ਨੇ ਉੱਥੇ ਤੀਰਥ ਦੇ ਆਲੇ ਦੁਆਲੇ ਬੜਾ ਸਖਤ ਪਹਿਰਾ ਲਾ ਦਿੱਤਾ, ਤੇ ਜਿਹੜਾ ਵੀ ਏਦਾਂ ਕਰਦਾ ਮਿਲਿਆ ਉਹਨੂੰ ਮਾਰਿਆ ਨਹੀਂ, ਕੋਈ ਡੰਡਾ ਨਹੀਂ ਮਾਰਿਆ, ਕੋਈ ਚਪੇੜ ਨਹੀਂ ਮਾਰੀ, ਬਸ ਝਿੜਕ ਹੀ ਮਾਰਨੀ, ਦਬਕਾ ਹੀ ਮਾਰਨਾ ਤੇ ਪੱਗ ਲਾ ਲੈਣੀ ਹੈ। ਤੇ ਜਿਹੜੀਆਂ ਪੱਗਾਂ ਲਈਆਂ ਇੱਕ ਥਾਂ ਤੇ ਇਕੱਠੀਆਂ ਕਰ ਲਈਆਂ। 3 ਦਿਨ ਇਹ ਕੰਮ ਚੱਲਦਾ ਰਿਹਾ, 3 ਦਿਨ ਇਹੀ ਕੰਮ ਕੀਤਾ ਸਾਰੀ ਫੌਜ ਨੇ। ਨਾਲੇ ਦਬਕਾ ਮਾਰਦੇ ਹਰ ਇੱਕ ਬੰਦੇ ਨੂੰ ਨਹੀਂ, ਜਿਹੜਾ ਗਲਤੀ ਕਰੇ, ਜਿਹੜਾ ਪਿਸ਼ਾਬ ਕਰਦਾ ਸੀ, ਆਮ ਏਦਾਂ ਕਰਦੇ ਸੀ ਲੋਕ, ਅਕਲ ਘੱਟ ਹੀ ਸੀ ਸਮਾਜ ਦੇ ਵਿੱਚ, ਨਾਲੇ ਸਾਧਨ ਮੇਲਿਆਂ ਤੇ ਹੁੰਦੇ ਵੀ ਘੱਟ ਸਨ। ਹੁਣ ਤੇ ਸਰਕਾਰਾਂ ਨੇ ਉੱਥੇ ਟਾਇਲਟ ਬਣਾਈਆਂ ਹੁੰਦੇ ਨੇ, ਬਾਹਰ ਵੀ ਹੁੰਦਾ ਸਿਸਟਮ, ਵੀ ਮੰਦਿਰ ਗੁਰਦੁਆਰਿਆਂ ਵਿੱਚ ਵੀ ਹੁੰਦਾ। ਉਦੋਂ ਕਿਹੜਾ ਸਿੱਧਾ ਜਿਹਾ ਕੰਮ ਸੀਗਾ, ਤੇ ਉਹ ਦੂਰ ਜਾਣ ਦੀ ਬਜਾਏ ਉੱਥੇ ਹੀ ਬਹਿ ਬੂ ਜਾਂਦੇ ਸੀਗੇ ਮੇਲੇ ਦੇ ਵਿੱਚ ਹੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸੁਧਾਰ ਵੀ ਕਰ ਦਿੱਤਾ, ਤੇ ਉਹਨਾਂ ਦੀਆਂ ਪੱਗਾਂ ਵੀ ਲੁਹਾ ਲਈਆਂ। ਕਹਿੰਦੇ ਹੁਣ ਸਾਰੇ ਲੋਕ ਮੇਲੇ, ਜਿੰਨੇ ਵੀ ਲੱਖਾਂ ਲੋਕ ਆਏ ਸੀ, ਜਿੱਥੇ ਜਿੱਥੇ ਮਿਲਦੇ ਨੇ, ਹੋਰ ਤੇ ਗੱਲ ਕੋਈ ਕਰਦੇ ਨਹੀਂ। ਆ ਜਿਹੜਾ ਐਤਕੀ ਨਵਾਂ ਪ੍ਰੋਗਰਾਮ ਵੇਖਿਆ ਨਾ, ਇਹਦੀ ਚਰਚਾ ਕਰਦੇ ਨੇ।
ਇਹ ਕਹਿੰਦੇ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਚੰਗਾ ਕਰ ਰਹੇ ਨੇ, ਜਿਹੜਾ ਸਾਨੂੰ ਤੀਰਥ ਦੇ ਸਤਕਾਰ ਦੀ ਜਾਂਚ ਸਿਖਾ ਰਹੇ ਨੇ ਵੀ ਮੰਦਿਰ ਗੁਰਦੁਆਰੇ ਜਾਈਦਾ ਤੇ ਉੱਥੇ ਅਕਲ ਤੋਂ ਕੰਮ ਲਈਦਾ, ਬੇਅਦਬੀ ਨਹੀਂ ਕਰੀਦੀ, ਤੀਰਥਾਂ ਤੇ ਗੰਦ ਨਹੀਂ ਪਾਈਦਾ। ਨਰ ਮੂਰਖ ਮੈਂ ਮਾਨੈ ਜਾਣੈ। ਮੂਰਖ ਲੋਕਾਂ ਨੂੰ ਪਤਾ ਨਹੀਂ, ਉਹ ਆ ਕੇ ਤੀਰਥਾਂ ਤੇ ਗੰਦ ਪਾਉਂਦੇ ਨੇ, ਪਤਾ ਹੀ ਨਹੀਂ ਹੁੰਦਾ ਜਾ ਕੇ। ਅਜੇ ਵੀ ਸਾਧ ਸੰਗਤ ਜੀ ਸਾਨੂੰ ਗੁਰਦੁਆਰਿਆਂ ਵਿੱਚ ਜਾਣ ਦੀ ਕਈਆਂ ਨੂੰ ਅਕਲ ਨਹੀਂ ਆਈ। ਪਹਿਲਾਂ ਤਾਂ ਲਿਖਿਆ ਵੀ ਜਿਹੜਾ ਗੁਰੂ ਘਰ ਨੂੰ ਆਪਾਂ ਘਰੋਂ ਤੁਰੇ ਆ ਨਾ, ਇੱਧਰ ਉੱਧਰ ਦੀਆਂ ਗੱਲਾਂ ਕਰਨੀਆਂ ਛੱਡੋ ਤੇ ਬਾਣੀ ਪੜ੍ਹਨੀ ਜਾਂ ਵਾਹਿਗੁਰੂ ਦਾ ਸਿਮਰਨ ਜੋ ਵੀ ਤੁਹਾਨੂੰ ਆਉਂਦਾ ਉਹ ਵੀ ਕਰੀ ਜਾਓ। ਅਰਦਾਸ ਕਰੋ ਵੀ ਮਹਾਰਾਜ ਤੁਹਾਡੇ ਦਰਬਾਰ 'ਚ ਆ ਰਹੇ ਆ, ਰਸਤੇ 'ਚ ਸਹਾਈ ਹੋਇਆ ਜੇ ਤੇ ਮਾੜਾ ਕੋਈ ਖਿਆਲ ਹੀ ਨਾ ਆਵੇ। ਫਿਰ ਜਾ ਕੇ ਗੁਰੂ ਘਰਾਂ ਦੇ ਵਿੱਚ ਪਹਿਲਾਂ ਰਾਤ ਰਹੋ, ਉੱਥੇ ਬਾਹਰ ਕਿਸੇ ਕਮਰੇ 'ਚ ਸਰਾਂ 'ਚ ਰਹੋ, ਕਿਤੇ ਵੀ ਰਹੋ। ਅਗਲੇ ਦਿਨ ਇਸ਼ਨਾਨ ਕਰਕੇ ਕੱਪੜੇ ਸਾਫ਼ ਸੁਥਰੇ ਪਾ ਕੇ ਫਿਰ ਜਾਓ ਦਰਬਾਰ ਸਾਹਿਬ, ਕਿਤੇ ਵੀ ਜਾਓ, ਹਜ਼ੂਰ ਸਾਹਿਬ ਜਾਓ, ਕਿਤੇ ਵੀ ਜਾਓ, ਅਗਲੇ ਦਿਨ ਜਾਓ। ਆਪਾਂ ਪਹਿਲੇ ਦਿਨ ਹੀ ਪਸੀਨੇ ਦੇ ਨਾਲ ਹੀ ਜਾ ਵੜਦੇ ਹਾਂ ਗੁਰਦੁਆਰਿਆਂ 'ਚ। ਇਹ ਪਤਾ ਹੀ ਨਹੀਂ ਹੁੰਦਾ ਵੀ ਮਰਜ਼ਾਦਾ ਕੀ ਹੈ। ਉਹੀ ਸਾਨੂੰ ਬੀੜੀਆਂ ਸਿਗਰਟਾਂ ਵਾਲਿਆਂ ਦੇ ਰਸਤੇ 'ਚ ਹੱਥ ਲੱਗੇ ਹੁੰਦੇ ਨੇ, ਕੱਪੜੇ ਉਹੀ ਪਾ ਕੇ ਚਲੇ ਜਾਂਦੇ ਆ। ਫਿਰ ਅਸੀਂ ਇਹ ਨਹੀਂ ਕਹਿੰਦੇ ਵੀ ਦਰਸ਼ਨ ਗੁਰਦੁਆਰਾ ਵੇਖਿਆ ਜੀ, ਗੁਰਦੁਆਰਾ ਦੇਖਣ ਗਏ ਸੀ। ਉਹ ਇਦਾਂ ਦੀ ਬਿਰਤੀ। ਹੇਮਕੁੰਟ ਸਾਹਿਬ ਜੰਗਤਾਂ ਜਾਂਦੀਆਂ, ਬੜੇ ਗੁਰਮੁਖ ਪਿਆਰੇ ਨਾਮ ਅਭਿਆਸੀ ਵੀ ਜਾਂਦੇ ਆ ਤੇ ਬਹੁਤੇ ਹਿਲ ਸਟੇਸ਼ਨ ਸਮਝ ਕੇ ਤੁਰੇ ਫਿਰਦੇ ਆ, ਉੱਥੇ ਹੋਰ ਹੀ ਗੱਲਾਂ ਕਰਦੇ ਆ। ਇਦਾਂ ਨਹੀਂ ਜਾਣਾ ਚਾਹੀਦਾ। ਤੀਰਥਾਂ ਤੇ ਜਾਓ, ਅਦਬ ਨਾਲ ਜਾਓ, ਭੈ ਭਾਵਨੀ ਨਾਲ ਜਾਓ। ਹਾਂਜੀ ਹਾਂ, ਕਹਿੰਦੇ ਤੀਰਥਾਂ ਤੇ ਆ ਕੇ ਤੇ ਬੰਦੇ ਦੇ ਪਾਪ ਕੱਟੇ ਜਾਣੇ ਚਾਹੀਦੇ ਸੀ, ਪਰ ਉਲਟਾ ਇਹ ਲੋਕ ਹੋਰ ਪਾਪ ਕਰ ਲੈਂਦੇ ਨੇ। ਧੰਨ ਧੰਨ ਭਾਗੈ ਸਭ ਲੋਕ। ਸਾਰੇ ਕਹਿੰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਸਾਨੂੰ ਅਕਲ ਦਿੱਤੀ, ਸੋਝੀ ਦਿੱਤੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੋ ਵੀ ਕਰ ਰਹੇ ਨੇ ਠੀਕ ਕਰ ਰਹੇ ਨੇ। ਆਸ਼ੋ ਕਰਨ ਹੇਤ ਉਪਦੇਸ਼। ਸਾਰਾ ਮੇਲਾ ਕਹਿਣ ਲੱਗ ਪਿਆ, ਸਾਰੇ ਸਿਆਣੇ ਕਹਿਣ ਲੱਗ ਪਏ ਵੀ ਗੁਰੂ ਸਾਹਿਬ ਨੇ ਕੋਈ ਗਲਤ ਕੰਮ ਨਹੀਂ ਕੀਤਾ। ਇਹਨਾਂ ਮੂਰਖਾਂ ਨੂੰ ਜਿੰਨੀ ਕੁ ਸਜ਼ਾ ਮਿਲਣੀ ਚਾਹੀਦੀ ਉਨੀ ਕੁ ਦਿੱਤੀ ਵੀ ਹੈ, ਤੇ ਕਿਸੇ ਨੂੰ ਸੱਟ ਫੇਟ ਵੀ ਨਹੀਂ ਮਾਰੀ, ਕਿਸੇ ਨੂੰ ਡੰਡਾ ਨਹੀਂ ਮਾਰਿਆ, ਕਿਸੇ ਨੂੰ ਕੋਈ ਇਹੋ ਜਿਹਾ ਬਚਨ ਨਹੀਂ ਬੋਲਿਆ ਵੀ ਉਹਦੀ ਧੀ ਭੈਣ ਦਾ ਕੋਈ ਬਚਨ ਕੌੜਾ ਨਹੀਂ ਬੋਲਿਆ। ਬਸ ਮੂਰਖੋ ਇੰਨਾ ਹੀ ਕਿਹਾ, ਮੂਰਖੋ ਇੱਥੇ ਬੇਅਦਬੀ ਨਾ ਕਰੋ, ਅਕਲ ਤੋਂ ਕੰਮ ਲਓ। ਇਹ ਅਕਲ ਦੇ ਦਿੱਤੀ ਨਾਲੇ ਉਹਨਾਂ ਦੀਆਂ ਪੱਗਾਂ ਲਾ ਲਈਆਂ। ਮਹਾਂਪੁਰਖ ਕੋ ਹੋਣ ਵਿਸ਼ੇਸ਼। ਇਹ ਮਹਾਂਪੁਰਖਾਂ ਦੀ ਲੀਲਾ ਹੁੰਦੀ ਹੈ। ਮਹਾਂਪੁਰਖ ਏਦਾਂ ਸਮਝਾਉਣ ਵਾਸਤੇ, ਜੇ ਉਦਾਂ ਹੀ ਸਮਝਾਉਂਦੇ ਨਾ ਮਹਾਰਾਜ ਹੱਥ ਜੋੜ ਕੇ ਬਈ ਨਾ ਏਦਾਂ ਨਾ ਕਰੋ, ਕਹਿੰਦੇ ਮੰਨਣਾ ਸੀਗਾ। ਲੋਕ ਡੰਡਾ ਪੀਰਾ ਵਿਗੜਿਆਂ ਤਿਗੜਿਆਂ ਦਾ, ਕੋਈ ਨਾ ਕੋਈ ਕੌਤਕ ਤੇ ਕਰਨਾ ਹੀ ਪੈਂਦਾ, ਤੇ ਬੜੇ ਤਰੀਕੇ ਨਾਲ ਸਤਿਗੁਰੂ ਜੀ ਨੇ ਵਿਗੜੇ ਤਿਗੜੇ ਸਿੱਧੇ ਕਰ ਲਏ। ਇਸ ਤਰ੍ਹਾਂ ਸਾਰੇ ਆਪਸ ਤੇ ਮਿਲ ਕੇ ਗੁਰੂ ਸਾਹਿਬ ਦੀ ਤਾਰੀਫ ਕਰਦੇ ਆ। ਸਾਰੇ ਕਹਿੰਦੇ ਠੀਕ ਕੀਤਾ ਹੈ। ਨਾਲੇ ਆਪਣੀਆਂ ਪੱਗਾਂ ਲੁਆਈਆਂ ਲੋਕਾਂ ਨੇ, ਨਾਲੇ ਪਛਤਾਉਂਦੇ ਆ, ਤੇ ਨਾਲੇ ਕਹਿੰਦੇ ਅੱਗੇ ਨੂੰ ਗਲਤੀ ਨਹੀਂ ਕਰਾਂਗੇ, ਕੰਨਾਂ ਨੂੰ ਹੱਥ ਲਾਉਂਦੇ ਆ। 3 ਦਿਨ ਮੇਲਾ ਇਕੱਠਾ ਰਿਹਾ, 3 ਦਿਨ ਬੜਾ ਮੇਲਾ ਭਰਿਆ। ਤੇ ਜਿਹੜੇ ਮਹਾਰਾਜ ਦੇ ਕੋਲੇ ਪੱਗਾਂ ਲਾ ਕੇ ਆਈਆਂ, ਇਕੱਠੀਆਂ ਕੀਤੀਆਂ, ਮਹਾਰਾਜ ਦਾ ਇਹਦੇ ਜਸ ਹੋਇਆ ਬੜਾ। ਤੇ ਸਾਰੇ ਦਰਸ਼ਨ ਕਰਦੇ ਤੇ ਆ ਕੇ ਮਹਾਰਾਜ ਨੂੰ ਕਹਿੰਦੇ, ਜਿਹੜੇ ਸਿਆਣੇ ਪੰਡਤ ਲੋਕ ਨਾ ਉੱਥੋਂ ਦੇ, ਮਹਾਰਾਜ ਤੁਸੀਂ ਬੜੀ ਕਿਰਪਾ ਕੀਤੀ, ਅਕਲ ਦਿੱਤੀ ਨਾ, ਤੇ ਸਾਡੇ ਤੇ ਵੀ ਕਿਰਪਾ ਕਰੋ। ਮਹਾਰਾਜ ਨੇ ਇੱਕ ਪਟਾ ਵੀ ਉਹਨਾਂ ਨੂੰ ਲਿਖ ਕੇ ਦਿੱਤਾ, ਅਜੇ ਵੀ ਉਹਨਾਂ ਕੋਲ ਪਿਆ, ਤਾਂਬੇ ਦਾ ਪਟਾ ਹੈ। ਉਹਦੇ ਤੇ ਸਤਿਗੁਰੂ ਜੀ ਨੇ ਪਹਿਲਾਂ ਇਹ ਪ੍ਰਥਮ ਭਗਉਤੀ ਵਾਲੀ ਪੌੜੀ ਆਉਂਦੀ ਹੈ, ਫਿਰ ਉਹਨਾਂ ਦੇ ਨਾਮ ਬਖਸ਼ਿਸ਼ ਲਿਖੀ ਹੋਈ ਹੈ। ਤੇ ਉਹ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਜੀ ਦੇ ਲੋਕ ਦਰਸ਼ਨ ਕਰਦੇ ਆ, ਭੇਟਾ ਦਿੰਦੇ ਆ। ਉਹ ਜਿਹੜੀ ਮੇਲੇ 'ਚ ਪੱਗਾਂ ਲਈਆਂ ਸੀ, ਉਹਦੀ ਗਿਣਤੀ 700 ਹੋਈ। 700 ਪੱਗਾਂ ਆ ਗਈਆਂ। ਮਹਾਰਾਜ ਨੇ ਸਾਰੀਆਂ ਕਿਹਾ ਧੋਬੀ ਨੂੰ ਦਿਓ, ਧੁਆ ਲਵੋ। ਧੋਬੀ ਨੇ ਧੋ ਕੇ ਸਾਫ਼ ਕਰਕੇ ਤੈਅ ਕਰਕੇ ਗੁਰੂ ਸਾਹਿਬ ਕੋਲ ਲੈ ਆਂਦੀਆਂ। ਬੜੀਆਂ ਸਾਫ਼ ਸੁਥਰੀਆਂ ਸ਼ਪੈਦ ਪੱਗਾਂ
ਸਨ। ਆਖਰ ਪਾਸਰ ਕਾਰੇ ਇਕਠਾਈ ਉਹ ਪਿਛਲੀਆਂ ਜਿਹੜੀਆਂ ਮੁੱਲ ਖਰੀਦੀਆਂ ਉਹ ਵੀ ਵਿੱਚੇ ਪਾ ਲਈਆਂ, 1000 ਪੱਗ ਬਣ ਗਈ। ਦਾਨ ਮਸੰਦ ਸਿੱਖ ਲਈ ਬੁਲਾ ਮਹਾਰਾਜ ਨੇ ਸਾਰੇ ਮਸੰਦ ਇਕੱਠੇ ਕਰ ਲਏ, ਸਿੱਖ ਬੁਲਾ ਲਏ, ਜਿਨ੍ਹਾਂ ਨੂੰ ਸਰੋਪੇ ਦੇਣੇ ਸੀ। ਉਹ ਪੱਗਾਂ ਜਿਹੜੀਆਂ ਗੋਪਾਲ ਮੋਚਨ ਦੇ ਮੇਲੇ ਚੋਂ ਆਈਆਂ ਸੀ, ਧੁਆ ਕੇ ਸਿੱਖਾਂ ਨੂੰ ਸਰੋਪੇ ਦੇ ਦਿੱਤੇ। ਸਭ ਕੇ ਸੀਸ ਦੇ ਬੰਦਵਾਏ ਸਾਰਿਆਂ ਦੇ ਸਿਰ ਤੇ ਬਣਵਾ ਦਿੱਤੀਆਂ। ਇਸ ਪ੍ਰਕਾਰ ਦੇ ਘਰ ਸਰਪਾਏ ਇਸ ਤਰ੍ਹਾਂ ਸਰੋਪੇ ਦੇ ਕੇ ਸਿੱਖ ਵੀ ਤੋਰ ਦਿੱਤੇ ਤੇ ਮੇਲੇ ਦਾ ਵੀ ਸੁਧਾਰ ਕਰ ਦਿੱਤਾ। ਸੰਗਤ ਬ੍ਰਿੰਦ ਮਸੰਦ ਜੇ ਆਏ ਜਿੰਨੇ ਸਿੱਖ ਸੰਗਤ ਤੇ ਮਸੰਦ ਆਏ ਸਨ, ਕਰੇ ਵਿਦਾ ਸਭ ਸਦਨ ਸਿਦਾ ਸਾਰੇ ਵਿਦਾ ਕੀਤੇ ਤੇ ਉਹ ਆਪਣੇ ਆਪਣੇ ਘਰਾਂ ਨੂੰ ਚਲੇ ਗਏ। ਏਤਕ ਦਿਨ ਰਾਖਿਓ ਤਾ ਡੇਰਾ ਕਈ ਦਿਨ ਮਹਾਰਾਜ ਕਪਾਲ ਪਹੁੰਚਣ ਤੀਰਥ ਤੇ ਡੇਰਾ ਰੱਖਿਆ ਕਈ ਬਾਰ ਚੜ ਗਏ ਤੀਰਾ ਤੇ ਕਈ ਵਾਰ ਸ਼ਿਕਾਰ ਨੂੰ ਚੜੇ ਗੁਰੂ ਸਾਹਿਬ ਜੀ ਗਏ ਹਨ ਖੇਡਣ ਸ਼ਿਕਾਰ ਇੱਥੋਂ। ਅਣਖ ਬਿਦਨ ਕੇ ਕਰੇ ਬਿਲਾਸਾ ਅਨੇਕਾਂ ਤਰ੍ਹਾਂ ਦੇ ਕੌਤਕ ਵਿਲਾਸ ਇਸ ਨਗਰ ਵਿੱਚ ਰਹਿ ਕੇ ਕੀਤੇ ਹਨ। ਜਗ ਤੀਰਥ ਪਰ ਕੀ ਨਸਬਾਸਾ ਔਰ ਇਹ ਤੀਰਥ ਬੜਾ ਪਵਿੱਤਰ ਪ੍ਰਾਚੀਨ ਤੀਰਥ ਹੈ। ਮੇਲੇ ਤੋਂ ਬਾਅਦ ਵੀ ਗੁਰੂ ਸਾਹਿਬ ਇੱਥੇ ਠਹਿਰੇ ਹਨ। ਸੁਣ ਸੁਣ ਜਸ ਸੇਵਕ ਸਮੁਦਾਏ ਗੁਰੂ ਦਾ ਜਸ ਸੁਣ ਕੇ ਸਿੱਖ ਸੰਗਤਾਂ ਧਰ ਧਰ ਭਾਵ ਦਰਸ ਕੋ ਆਏ ਭਾਵਨਾ ਦੇ ਨਾਲ ਦਰਸ਼ਨ ਆਉਂਦੀਆਂ ਨੇ, ਭੇਟਾ ਲੈ ਕੇ ਦਰਸ਼ਨ ਕਰਨ ਆਉਂਦੀਆਂ ਨੇ। ਜਸਾ ਸ਼ਕਤ ਕੀ ਧਰੈ ਅਪੋਰ ਜੋ ਕਿਸੇ ਦੀ ਸਮਰੱਥਾ ਹੁੰਦੀ ਹੈ, ਕੋਈ ਮਾਇਆ ਲੈ ਕੇ ਆਉਂਦਾ ਹੈ, ਕੋਈ ਸ਼ਸਤਰ ਬਸਤਰ ਲੈ ਕੇ ਆਉਂਦਾ ਹੈ, ਕੋਈ ਘੋੜਾ ਲੈ ਕੇ ਆਉਂਦਾ ਹੈ, ਜੈਸੀ ਜੈਸੀ ਕੋਈ ਸ਼ਰਧਾ ਨਾਲ ਭੇਟਾ ਲੈ ਕੇ ਆਉਂਦਾ, ਗੁਰੂ ਸਾਹਿਬ ਨੂੰ ਮੱਥਾ ਟੇਕਦੇ ਨੇ। ਕਦਮ ਬੰਦਮ ਬੰਦਾ ਕਰ ਜੋੜ ਮਹਾਰਾਜ ਦੇ ਚਰਨ ਕਮਲਾਂ ਤੇ ਮੱਥਾ ਟੇਕਦੇ, ਹੱਥ ਜੋੜ ਕੇ ਨਮਸਕਾਰ ਕਰਦੇ ਹਨ। ਧਰੈ ਕਾਮਨਾ ਪਾਏ ਸੁਧਾਰੈ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਮਨੋਕਾਮਨਾ ਪੂਰੀ ਕਰਕੇ ਚਲੇ ਜਾਂਦੇ ਨੇ। ਅਨਕ ਪ੍ਰਕਾਰ ਸੋ ਜਸ ਵਿਸਤਾਰੈ ਔਰ ਮਹਾਰਾਜ ਸੱਚੇ ਪਾਤਸ਼ਾਹ ਦਾ ਅਨੇਕ ਪ੍ਰਕਾਰ ਨਾਲ ਜਸ ਕਰਦੇ ਨੇ। ਹੁਣ ਸਤਿਗੁਰ ਕਰਕੇ ਇਸ਼ਨਾਨਾ ਫਿਰ ਮਹਾਰਾਜ ਇਸ ਤੀਰਥ ਤੇ ਇਸ਼ਨਾਨ ਕਰਕੇ ਰਹਿਤ ਪਾਉ ਟੇਕੀ ਅਸਤਿਆਨਾ ਸ੍ਰੀ ਪੌਂਟਾ ਸਾਹਿਬ ਵਾਪਸ ਜਾਣਾ ਚਾਹੁੰਦੇ, ਤਿਆਰੀ ਕੀਤੀ ਵਾਪਸ ਜਾਣ ਦੀ। ਗਰਜਤ ਬਹੁਰਨ ਜੀਤ ਨਗਾਰਾ ਰਣਜੀਤ ਨਗਾਰਾ ਗਰਜਦਾ ਜਾਂਦਾ ਹੈ। ਜੜੀ ਬਾਹਨੀ ਹੋਏ ਹੋਏ ਤਿਆਰਾ ਸੂਰਮੇ ਘੋੜਿਆਂ ਤੇ ਸਵਾਰ ਹੋ ਕੇ ਨਾਲ ਚੱਲੇ ਨੇ। ਪੰਥ ਪਾਉ ਤੇ ਚੜ ਕਰ ਗਏ ਮਹਾਰਾਜ ਪੌਂਟੇ ਸਾਹਿਬ ਦੇ ਰਾਹ ਪਏ ਨੇ। ਇਹ ਕਪਾਲ ਮੋਚਨ ਦੀ ਕਥਾ ਸਾਧ ਸੰਗਤ ਜੀ ਸਤਿਗੁਰੂ ਜੀ ਨੇ ਆਪਣੀ ਬਾਣੀ ਚਰਿਤ੍ਰੋਪਖਿਆਨ ਵਿੱਚ ਵੀ ਲਿਖੀ ਹੈ। ਮਹਾਰਾਜ ਕਹਿੰਦੇ ਤੀਰਥ ਪੁੱਛਨ ਕਪਾਲ, ਅਸੀਂ ਤੀਰਥ ਪੁੱਛਨ ਕਪਾਲ ਮੋਚਨ ਆਏ। ਉੱਥੇ ਇਹ ਪੱਗਾਂ ਵਾਲੀ ਗੱਲ ਵੀ ਮਹਾਰਾਜ ਨੇ ਆਪ ਲਿਖੀ, ਆਪਣੀ ਕਲਮ ਨਾਲ ਲਿਖੀ ਹੈ। ਕਵੀ ਭਾਈ ਸੰਤੋਖ ਸਿੰਘ ਨੇ ਇਹ ਪ੍ਰਸੰਗ ਸਾਰਾ ਦਸਮ ਦੇ ਵਿੱਚੋਂ ਲਿਆ ਹੈ। ਸੋ ਸਾਧ ਸੰਗਤ ਜੀ ਇਹ ਕੌਤਕ ਕਰਕੇ ਵਾਪਸ ਪੌਂਟੇ ਨੂੰ ਚਲੇ ਗਏ। ਇਕਨੇ ਸਮਾਗ ਬਸ ਪਹੁੰਚਤ ਪਏ ਇੱਕ ਰਾਤ ਰਸਤੇ 'ਚ ਰਹਿ ਕੇ ਤੇ ਅਗਲੇ ਦਿਨ ਪੌਂਟੇ ਪਹੁੰਚ ਗਏ। ਸੋ ਸਾਧ ਸੰਗਤ ਜੀ ਇਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਕੌਤਕ ਕੀਤੇ ਹਨ। ਬੇਅੰਤ ਕੌਤਕ ਕਰਕੇ ਸੰਗਤਾਂ ਦਾ ਬੇੜਾ ਭਵਸਾਗਰ ਤੋਂ ਪਾਰ ਲੰਘਾਇਆ। ਸੱਚੇ ਪਾਤਸ਼ਾਹ ਜੀ ਦੀ ਇਹ ਕਥਾ ਆਪ ਜੀ ਦੇ ਨਾਲ ਹਾਜ਼ਰੀ ਭਰ ਕੇ 2-3 ਦਿਨ ਇੱਥੇ ਸਰਵਣ ਕਰਾਈ ਹੈ। ਇਹ ਸਾਰੀ ਕਥਾ ਫੇਸਬੁੱਕ ਤੇ ਸੰਗਤਾਂ ਰੋਜ਼ ਦੇਸ਼ਾਂ ਵਿਦੇਸ਼ਾਂ 'ਚ ਬਹਿ ਕੇ ਸੁਣ ਸਕਦੀਆਂ ਹਨ। ਗੁਰੂ ਸਾਹਿਬ ਜੀ ਦਾ ਇਤਿਹਾਸ ਸੁਣਨ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਜੀ ਕਿੱਥੇ ਕਿੱਥੇ ਚਰਨ ਪਾ ਕੇ ਕਿਹੜੇ ਕਿਹੜੇ ਕੌਤਕ ਕਰਕੇ ਕਿਵੇਂ ਕਿਵੇਂ ਸਾਡਾ ਉਧਾਰ ਕੀਤਾ, ਸਮਾਜ ਦਾ ਸੁਧਾਰ ਕੀਤਾ, ਵਿਗੜਿਆ ਤਿਗੜਿਆਂ ਨੂੰ ਰਸਤੇ ਪਾਇਆ। ਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਰੀ ਦੁਨੀਆ ਦੇ ਸਾਂਝੇ ਗੁਰੂ ਸਨ, ਰਹਿਬਰ ਸਨ, ਸਭ ਦਾ ਭਲਾ ਕੀਤਾ। ਸ੍ਰੀ ਗੁਰੂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਸਰਵਣ ਕਰਾਉਂਦਿਆਂ ਹੋਇਆਂ, ਸੰਗਤਾਂ ਦੇ ਵਿੱਚ ਵਿਚਰਦਿਆਂ ਹੋਇਆਂ ਬੇਅੰਤ ਭੁੱਲਾਂ ਗਲਤੀਆਂ ਹੋਈਆਂ। ਆਪ ਜੀ ਗੁਰੂ ਕੇ ਪਿਆਰੇ, ਗੁਰੂ ਕੇ ਸਿੱਖ ਬਖਸ਼ਣ ਜੋਗ, ਬਖਸ਼ ਲੈਣਾ, ਅਰਦਾਸ ਕਰਨੀ। ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ, ਮਹਾਰਾਜ ਸੱਚੇ ਪਾਤਸ਼ਾਹ।